ਹਰਜਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਕੀਰਤ ਸਿੰਘ ਆਹਲੂਵਾਲੀਆ ਤੁਹਾਡਾ ਪ੍ਰੋਗਰਾਮ ਖਬਰ ਤੇ ਪੰਚਨਾਮਾ ਵਿੱਚ ਨਿੱਘਾ ਸਵਾਗਤ ਕਰਦਾ ਹਾਂ। ਅੱਜ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਹੁਣੀ ਸਰਦਾਰ ਹਰਵਿੰਦਰ ਸਿੰਘ ਜੀ। ਹਰਵਿੰਦਰ ਸਿੰਘ ਜੀ, ਵੈਲਕਮ ਬੈਕ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਹਰਵਿੰਦਰ ਸਿੰਘ ਜੀ, ਇੱਕ ਵੱਡੀ ਖਬਰ ਆ ਰਹੀ ਹੈ ਜਲੰਧਰ ਤੋਂ ਜੀ। ਜਿਹੜੇ ਟਰਾਂਸਪੋਰਟ ਮੰਤਰੀ ਭੁੱਲਰ ਸਾਹਿਬ ਜੀ ਨੇ ਉਹਨਾਂ ਨੇ ਜਲੰਧਰ ਦੇ ਵਿੱਚ ਛਾਪਾਮਾਰੀ ਕੀਤੀ ਆ ਜੀ। ਉਹਦੇ ਕੀ ਕਾਰਨ ਹਨ? ਜਸਕੀਰਤ ਜੀ, ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਟਰਾਂਸਪੋਰਟ ਮੰਤਰੀ ਭੁੱਲਰ ਨੇ ਜਲੰਧਰ ਦੇ ਵਿੱਚ ਛਾਪਾ ਮਾਰਿਆ, ਜਿਹਦੇ ਵਿੱਚ ਉਹਨਾਂ ਨੇ ਬਾਦਲ ਸਾਹਿਬ ਤੇ ਹੈਨਰੀ ਦੀਆਂ ਜਿਹੜੀਆਂ ਬੱਸਾਂ ਸੀਗੀਆਂ ਉਹਨਾਂ ਦੇ ਚਲਾਨ ਕੱਟੇ ਹੈਗੇ ਆ। ਓਕੇ, ਹਾਂਜੀ। ਸੂਬੇ ਦੇ ਟਰਾਂਸਪੋਰਟ ਮੰਤਰੀ ਜਿਹੜੇ ਆਪਣੇ ਲਾਲਜੀਤ ਸਿੰਘ ਭੁੱਲਰ ਨੇ, ਉਹਨਾਂ ਨੇ ਸੋਮਵਾਰ ਸਵੇਰੇ ਰਾਮਾ ਮੰਡੀ ਚੌਂਕ ਦੇ ਵਿੱਚ ਛਾਪਾ ਮਾਰ ਕੇ ਬਿਨਾਂ ਦਸਤਾਵੇਜ਼ ਤੋਂ ਜਿਹੜੀਆਂ ਬੱਸਾਂ ਜਿਹੜੀਆਂ ਚੱਲ ਰਹੀਆਂ ਸੀ, ਜਿਨ੍ਹਾਂ ਦੇ ਕਾਗਜ਼ਾਤ ਪੂਰੇ ਨਹੀਂ ਸੀਗੇ ਜੀ, ਉਹਨਾਂ ਦੇ ਚਲਾਨ ਕੀਤੇ ਆ। ਲਾਲਜੀਤ ਸਿੰਘ ਭੁੱਲਰ ਨੇ ਜਲੰਧਰ ਦੇ ਆਰਟੀਏ ਦੇ ਸਮੇਤ ਚੰਡੀਗੜ੍ਹ ਤੋਂ 2 ਵਾਧੂ ਐਸਟੀਸੀ ਅਤੇ ਟ੍ਰੈਫਿਕ ਪੁਲਿਸ ਨੂੰ ਨਾਲ ਲੈ ਕੇ ਚੈਕਿੰਗ ਲਈ ਪ੍ਰਾਈਵੇਟ ਬੱਸਾਂ ਦੇ ਸਟੈਂਡ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਹੜਕੰਬ ਮਚ ਗਿਆ ਜੀ। ਇਸ ਦੌਰਾਨ ਮੰਤਰੀ ਨੇ ਖੁਦ ਚੈਕਿੰਗ ਦੌਰਾਨ ਬਾਦਲਾਂ ਦੀ ਆਰਬਿਟ ਅਤੇ ਅਵਤਾਰ ਹੈਨਰੀ ਦੀ ਕਰਤਾਰ ਬੱਸ ਦਾ ਚਲਾਨ ਕਰਵਾਇਆ। ਤੁਹਾਨੂੰ ਕੀ ਲੱਗ ਰਿਹਾ ਹਰਵਿੰਦਰ ਸਿੰਘ ਜੀ, ਇਹ ਇੱਕਦਮ ਸਿਰਫ ਜਿਹੜੇ ਆ ਕਿ ਬਾਦਲ ਦੀ ਬੱਸਾਂ ਤੇ ਜਿਹੜੇ ਅਵਤਾਰ ਹੈਨਰੀ ਦੀ ਬੱਸਾਂ, ਇਹਨਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ? ਦੇਖੋ, ਮੈਂ ਇਹਦੇ ਕੋਈ ਪੋਲੀਟੀਕਲ ਕਾਰਨ ਹੋ ਸਕਦੇ ਆ ਜਾਂ ਨਹੀਂ ਹੋ ਸਕਦੇ, ਇਹਦੇ ਬਾਰੇ ਆਪਾਂ ਗੱਲ ਜਿਹੜੀ ਆ ਉਹ ਮੈਂ ਨਹੀਂ ਕਰ ਸਕਦਾ। ਲੇਕਿਨ ਮੈਨੂੰ ਜਿੱਥੋਂ ਤੱਕ ਲੱਗਦਾ ਹੈਗਾ ਕਿ ਪਿਛਲੇ ਕਾਫੀ ਸਮੇਂ ਤੋਂ ਨਾ ਜਿਹੜੀ ਆਰਬਿਟ ਏਵੀਏਸ਼ਨ ਦੀਆਂ ਬੱਸਾਂ ਚੱਲਦੀਆਂ ਸੀਗੀਆਂ, ਬਾਦਲ ਦੀਆਂ ਜਿਹੜੀਆਂ ਬੱਸਾਂ ਚੱਲਦੀਆਂ ਸੀਗੀਆਂ, ਉਹਨੂੰ ਲੈ ਕੇ ਭਗਵੰਤ ਮਾਨ ਸਾਹਿਬ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਜਿਹੜਾ ਸੀਗਾ ਉਹ ਆਪਣੇ ਵਿਚਾਰ ਰੱਖਦੇ ਰਹੇ ਆ ਸਮੇਂ-ਸਮੇਂ ਤੇ ਮੀਡੀਆ ਦੇ ਵਿੱਚ, ਔਰ ਉਸ ਤੋਂ ਬਾਅਦ ਵਿੱਚ ਸ਼ਾਇਦ ਉਹਨਾਂ ਨੇ ਬਾਅਦ ਵਿੱਚ ਵੀ ਇਹ ਚੀਜ਼ਾਂ ਦੇ ਉੱਤੇ ਅਮਲ ਜਿਹੜਾ ਕੀਤਾ ਸੀਗਾ, ਸਟੈਪ ਚੱਕਿਆ। ਤੇ ਜਿਹੜੀ ਅਵਤਾਰ ਹੈਨਰੀ ਦੀ ਬੱਸ ਚੱਲ ਰਹੀ ਸੀਗੀ, ਉਹ ਜਿਹੜੀ ਸੀਗੀ ਉਹ ਆਪਣੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਆ ਅਵਤਾਰ ਸਿੰਘ ਹੈਨਰੀ ਤੇ ਮੌਜੂਦਾ ਕਾਂਗਰਸੀ ਵਿਧਾਇਕ ਹੈ। ਜੂਨੀਅਰ ਹੈਨਰੀ ਦੀ ਮਾਲਕੀ ਵਾਲੀ ਜਿਹੜੀ ਕਰਤਾਰ ਬੱਸ ਕੰਪਨੀ ਦੀਆਂ ਬੱਸਾਂ ਨੂੰ ਵੀ ਉਹਨਾਂ ਨੇ ਰੋਕਿਆ ਜੀ। ਪਹਿਲਾਂ ਤੇ ਚਰਚਾ ਬਾਦਲ ਦੀਆਂ ਬੱਸਾਂ ਦੀ ਹੁੰਦੀ ਸੀ, ਲੇਕਿਨ ਨਾਲ ਹੁਣ ਉਹਨਾਂ ਨੇ ਅਵਤਾਰ ਹੈਨਰੀ ਦੀਆਂ ਜਿਹੜੀਆਂ ਬੱਸਾਂ ਕਰਤਾਰ ਬੱਸ ਸਰਵਿਸ ਜਿਹੜੀ ਚੱਲਦੀ ਹੈ ਉਹਦੇ ਉੱਤੇ ਵੀ ਉਹਨਾਂ ਨੇ ਐਕਸ਼ਨ ਲਿਆ ਹੈਗਾ। ਇਸ ਮੌਕੇ ਤੇ ਚੰਡੀਗੜ੍ਹ ਤੋਂ ਆ ਰਹੀ ਬਾਦਲ ਪਰਿਵਾਰ ਦੀ ਜਿਹੜੀ ਮਾਲਕੀ ਵਾਲੀ ਆਰਬਿਟ ਕੰਪਨੀ ਦੀ ਵੋਲਵੋ ਬੱਸ ਸੀਗੀ, ਉਹਨੂੰ ਰੋਕਿਆ ਗਿਆ। ਡਰਾਈਵਰ ਤੇ ਕੰਡਕਟਰ ਦੀ ਵਰਦੀ ਤੋਂ ਲੈ ਕੇ ਰੋਡ ਟੈਕਸ, ਆਰਸੀ, ਇੰਸ਼ੋਰੈਂਸ ਆਦਿ ਸਾਰੇ ਕਾਗਜ਼ਾਤ ਜਿਹੜੇ ਸੀਗੇ ਉਹ ਚੈੱਕ ਕੀਤੇ ਗਏ। ਕੁਝ ਪਿੰਡਾਂ ਦੇ ਟਰਾਂਸਪੋਰਟ ਮੰਤਰੀਆਂ ਨੇ ਵੀ ਉੱਥੇ ਖੜੀਆਂ ਬੱਸਾਂ ਦੇ ਅੰਦਰ ਜਿਹੜੀਆਂ ਬੱਸਾਂ ਸੀਗੀਆਂ ਉਹਨਾਂ 'ਚ ਸਵਾਰ ਹੋ ਕੇ ਬੱਸਾਂ ਦੇ ਅੰਦਰ ਦਾ ਪ੍ਰਬੰਧ ਦੇਖਣ ਤੋਂ ਇਲਾਵਾ ਸਵਾਰੀਆਂ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਸੀ ਉਹ ਵੀ ਪੁੱਛੀਆਂ। ਚੈਕਿੰਗ ਕਾਰਨ ਰਾਮਾ ਮੰਡੀ ਚੌਂਕ ਦੇ ਵਿਖੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਤੇ ਇਲਾਕੇ ਦੇ ਵਿੱਚ ਭਾਰੀ ਜਾਮ ਲੱਗਾ ਜੀ। ਇਸ ਤੋਂ ਪਹਿਲਾਂ ਸਵੇਰੇ 7:30 ਵਜੇ ਦੇ ਕਰੀਬ ਟਰਾਂਸਪੋਰਟ ਮੰਤਰੀ ਵੀ ਆਰਟੀਏ ਦੇ ਦਫ਼ਤਰ ਪੁੱਜੇ ਅਤੇ ਉੱਥੇ ਵੀ ਚੈਕਿੰਗ ਕੀਤੀ, ਪਰ ਸਮੁੱਚਾ ਸਟਾਫ ਮੌਕੇ ਤੇ ਹੀ ਮੌਜੂਦ ਪਾਇਆ ਗਿਆ। ਕੱਲਾ ਬੱਸਾਂ ਦੀ ਚੈਕਿੰਗ ਨਹੀਂ ਕੀਤੀ, ਉਹਨਾਂ ਨੇ ਜਿਹੜਾ ਸਟਾਫ ਜਿਹੜਾ ਦਫ਼ਤਰਾਂ ਦੇ ਵਿੱਚ ਹੁੰਦਾ ਹੈਗਾ ਉਹਨਾਂ ਨੂੰ ਵੀ ਚੈੱਕ ਕੀਤਾ। ਉਸ ਤੋਂ ਇਲਾਵਾ ਫਿਰ ਬਾਅਦ ਵਿੱਚ ਟਰਾਂਸਪੋਰਟ ਮੰਤਰੀ ਜਿਹੜੇ ਸੀਗੇ ਉਹ ਰਾਮਾ ਮੰਡੀ ਵੱਲ ਚਲੇ ਗਏ ਤੇ ਮੌਕੇ ਤੋਂ ਫਿਰ ਬਿਨਾਂ ਦਸਤਾਵੇਜ਼ਾਂ ਤੋਂ ਚੱਲ ਰਹੀਆਂ ਜਿਹੜੀਆਂ ਬੱਸਾਂ ਸੀਗੀਆਂ ਉਹਨਾਂ ਦੇ ਚਲਾਨ ਕੀਤੇ। ਠੀਕ ਹੈ। ਕਰਤਾਰ ਬੱਸ ਕੰਪਨੀ ਦੇ ਮੈਨੇਜਰ ਜਿਹੜੇ ਸੀਗੇ ਉਹ ਮੌਕੇ ਤੇ ਪਹੁੰਚੇ, ਉਹਨਾਂ ਨੇ ਟਰਾਂਸਪੋਰਟ ਮੰਤਰੀ ਦੇ ਅਧਿਕਾਰੀਆਂ ਅੱਗੇ ਆਪਣੀ ਦਲੀਲ ਵੀ ਪੇਸ਼ ਕੀਤੀ ਜੀ। ਇਹ ਪੂਰਾ ਮਾਮਲਾ ਸੀਗਾ ਜਿਹੜਾ ਟਰਾਂਸਪੋਰਟ ਮੰਤਰੀ ਦਾ ਜਿਹੜਾ ਅੱਜ ਦਾ ਪੂਰਾ ਰਾਮਾ ਮੰਡੀ ਦੇ ਵਿੱਚ ਬਾਦਲ ਦੀਆਂ ਬੱਸਾਂ ਜਾਂ ਅਵਤਾਰ ਹੈਨਰੀ ਦੀਆਂ ਬੱਸਾਂ ਜਿਹੜੀਆਂ ਚੱਲਦੀਆਂ ਸੀਗੀਆਂ, ਕਰਤਾਰ ਬੱਸ ਸਰਵਿਸ ਸੀਗੀ। ਮੁੱਖ ਦੀ ਗੱਲ ਜਿਹੜੀ ਹੈਗੀ ਸੀਗੀ ਕਿ ਉਹਨਾਂ ਨੇ ਇਹ ਪ੍ਰੋਗਰਾਮ ਅਚਾਨਕ ਬਣਾਇਆ ਔਰ ਸਡਨਲੀ ਉਹ ਉੱਥੇ ਪਹੁੰਚੇ ਆ ਰਾਮਾ ਮੰਡੀ ਵਿੱਚ ਹੀ। ਉਹਨਾਂ ਨੇ ਉਹਨਾਂ ਬੱਸਾਂ ਨੂੰ ਰੋਕਿਆ, ਉੱਥੇ ਫਿਰ ਚੈਕਿੰਗ ਕੀਤੀ ਹੈ, ਚਲਾਨ ਕੀਤੇ ਹੈ, ਸਵਾਰੀਆਂ ਦੇ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਜੀ। ਸੋ ਹਰਵਿੰਦਰ ਸਿੰਘ ਜੀ, ਆਰਬਿਟ ਬੱਸਾਂ ਤਾਂ ਖੈਰ ਚੱਲਦੀਆਂ ਹੀ ਨੇ, ਬਟ ਕਰਤਾਰ ਬੱਸ ਜਿਹੜੀ ਅਵਤਾਰ ਹੈਨਰੀ ਦੀ ਬੱਸਾਂ ਨੇ ਉਹਨਾਂ ਦਾ ਕਾਫੀ ਹੋਲਡ ਹੈ ਜਲੰਧਰ 'ਚ। ਕਿਤੇ ਵੀ ਤੁਸੀਂ ਚੱਲ ਜਾਓ, ਬੇਸਿਕਲੀ ਆਦਮਪੁਰ ਰੋਡ, ਹੁਸ਼ਿਆਰਪੁਰ ਰੋਡ, ਆਹ ਰੋਡ ਤੇ ਤੁਹਾਨੂੰ ਅਕਸਰ ਕਰਤਾਰ ਦੀਆਂ ਬੱਸਾਂ ਦਿਖਦੀਆਂ। ਆਦਮਪੁਰ ਰੋਡ, ਹੁਸ਼ਿਆਰਪੁਰ ਰੋਡ, ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਰੋਡ ਹੈਗਾ ਉੱਥੇ ਕਰਤਾਰ ਦੀਆਂ ਬੱਸਾਂ ਜ਼ਿਆਦਾ ਚੱਲਦੀਆਂ। ਸੋ ਮੇਰੇ ਖਿਆਲ ਨਾਲ ਜਿਹੜੀ ਇਹ ਓਵਰਲੋਡਿੰਗ ਵੀ ਹੁੰਦੀ ਹੈ ਕਈ ਵਾਰੀ ਬੱਸਾਂ ਦੇ ਵਿੱਚ, ਕਿ ਆਹ ਰੀਜ਼ਨ ਰਿਹਾ ਹੈਗਾ ਕਿ ਜਿਹੜੀ ਚੈਕਿੰਗ ਕੀਤੀ ਗਈ, ਜਾਂ ਫਿਰ ਪਾਰਟੀਕੂਲਰਲੀ ਕੋਈ ਪੋਲਿਟਿਕਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਨਹੀਂ ਇੱਕ ਕਾਂਗਰਸ ਤੋਂ ਹੈ, ਇੱਕ ਅਕਾਲੀ ਦਲ ਤੋਂ ਹੈ? ਹਾਂਜੀ, ਇਹ ਚੀਜ਼ ਹੋ ਸਕਦੀ ਹੈ। ਹਾਂਜੀ, ਇਹ ਚੀਜ਼ ਕਿਉਂਕਿ ਪਾਰਟੀਕੂਲਰ ਉਹੀ 2 ਬੱਸਾਂ ਜਿਹੜੀਆਂ ਸੀਗੀਆਂ ਉਹ ਅੱਜ ਟਾਰਗੇਟ ਦੇ ਵਿੱਚ ਆਈਆਂ। ਇਸ ਤੋਂ ਇਲਾਵਾ ਹੋਰ ਵੀ ਬੱਸਾਂ ਬਹੁਤ ਨੇ, ਜੁਝਾਰ ਹੈ, ਹੋਰ ਵੀ
ਵੀ ਬਥੇਰੀਆਂ ਬੱਸਾਂ ਨੇ ਔਰ ਬੇਸਿਕਲੀ ਅੱਜ ਜਿਹੜਾ ਰਾਮਾ ਮੰਡੀ ਦਾ ਇਨਸੀਡੈਂਟ ਜਿਹੜਾ ਹੋਇਆ ਹੈਗਾ ਸੋਮਵਾਰ ਜਿਹੜਾ ਉਹਦੇ ਵਿੱਚ ਜ਼ਿਆਦਾ ਜਿਹੜਾ ਸੀਗਾ ਆਰਬਿਟ ਬੱਸ ਤੇ ਕਰਤਾਰ ਬੱਸ ਜਿਹੜਾ ਸੀਗਾ ਉਹਦੇ ਤੇ ਐਕਸ਼ਨ ਲਿਆ ਜੀ ਜੀ। ਅੱਛਾ ਹਰਵਿੰਦਰ ਸਿੰਘ ਜੀ, ਦੂਜੀ ਖਬਰ ਜਿਹੜੀ ਆ ਰਹੀ ਹੈ ਕਿ ਜਿਹੜੀ ਜੀਰਾ ਸ਼ਰਾਬ ਫੈਕਟਰੀ ਸੀਗੀ ਉਹਦੇ ਨੇੜਲੇ ਪਿੰਡਾਂ ਦੇ ਵਿੱਚੋਂ ਉਹਨਾਂ ਦੇ ਪਾਣੀ ਦੇ ਵਿੱਚੋਂ ਜ਼ਹਿਰੀਲੇ ਤੱਤਵ ਪਾਏ ਗਏ। CPCB ਦੀ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਕੀ ਪਾਇਆ ਗਿਆ? ਦੇਖੋ, ਪਹਿਲੀ ਗੱਲ ਤੇ ਜਿਹੜੀ ਮੈਂ ਤੁਹਾਨੂੰ ਦੱਸਣਾ ਹੈ ਕਿ ਜੀਰਾ ਸ਼ਰਾਬ ਫੈਕਟਰੀ ਦਾ ਮਸਲਾ ਜਿਹੜਾ ਪਿਛਲੇ 5-6 ਮਹੀਨਿਆਂ ਤੋਂ ਚੱਲ ਰਿਹਾ ਹੈਗਾ ਜੀ, ਔਰ ਬੜਾ ਜੰਗੀ ਪੱਧਰ ਦੇ ਉੱਤੇ ਵਿਰੋਧ ਵੀ ਹੋਇਆ। ਪੁਲਿਸ ਵੱਲੋਂ ਜਿਹੜੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਸੀਗੇ ਉਹਨਾਂ ਨੂੰ ਖਦੇੜਨ ਵਾਸਤੇ ਹਲਕਾ ਲਾਠੀ ਚਾਰਜ ਵੀ ਹੋਇਆ। ਪਹਿਲਾਂ ਤਾਂ ਜੀਰਾ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਮਿਲ ਗਈ ਸੀਗੀ ਜੀ, ਲੇਕਿਨ ਬਾਅਦ ਵਿੱਚ ਦੁਬਾਰਾ ਫਿਰ ਉਹਦੀ ਜਾਂਚ ਵਾਸਤੇ ਪਟੀਸ਼ਨ ਪਾਈ ਗਈ ਔਰ ਉਸ ਤੋਂ ਬਾਅਦ ਵਿੱਚ ਜਿਹੜਾ ਉਹਦੀ ਹੁਣ ਜਿਹੜੀ ਬੀਤੇ ਦਿਨੀ ਜਿਹੜੀ ਉਹਦੀ ਰਿਪੋਰਟ ਸਾਹਮਣੇ ਆਈ ਆ ਉਹਦੇ ਵਿੱਚ ਇਹ ਆਇਆ ਹੈਗਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜੀਰਾ ਦੇ ਪਿੰਡ ਮਨਸੂਰਵਾਲ ਕਲਾਂ ਦੇ ਵਿੱਚ ਲੱਗੀ ਹੋਈ ਮਾਲ ਬਰੋਜ਼ ਦੀ ਸ਼ਰਾਬ ਫੈਕਟਰੀ ਜਿਹੜੀ ਹੈ ਉਹਦੇ ਖਿਲਾਫ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਜਿਹੜੇ ਇਲਾਕਾ ਵਾਸੀ ਸੀ ਉਹ ਲਾ ਰਹੇ ਸੀ ਜੀ, ਠੀਕ ਹੈ। ਲੇਕਿਨ ਉਹ ਜਿਹੜਾ ਦੋਸ਼ ਲਾ ਰਿਹਾ ਸੀਗਾ ਉਹ ਖਦਸ਼ੇ ਦੇ ਉੱਤੇ CPCB ਜਿਹੜਾ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਹੈਗਾ ਉਹਨੇ ਮੋਹਰ ਲਾ ਦਿੱਤੀ ਹੈਗੀ ਆ ਜੀ, ਠੀਕ ਹੈ। ਫੈਕਟਰੀ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਰਟੋਲ ਰੋਹੀ ਦੀ ਜ਼ਮੀਨ ਦੇ ਹੇਠਲੇ ਪਾਣੀ ਦੇ ਵਿੱਚ ਸਾਈਨਾਈਡ ਦੀ ਮਾਤਰਾ ਪਾਈ ਗਈ। 0.2 ਜਿਹੜੀ ਸੀਗੀ ਉਹ ਸਾਈਨਾਈਡ ਦੀ ਮਾਤਰਾ ਪਾਈ ਗਈ, ਜੋ ਕਿ ਬਹੁਤ ਖਤਰਨਾਕ ਹੁੰਦਾ ਹੈ। ਉਹ ਸਾਈਨਾਈਡ ਦੀ ਮਾਤਰਾ ਬਹੁਤ ਘੱਟ ਹੈ, ਲੇਕਿਨ ਜੇ ਉਹ ਸਾਈਨਾਈਡ ਆਪਣੀ ਪੂਰੀ ਮਾਤਰਾ ਦੇ ਵਿੱਚ ਹੁੰਦਾ ਤਾਂ ਉਹਦੀ ਡੈਥ ਸਕਿੰਟਾਂ ਦੇ ਵਿੱਚ ਬੰਦੇ ਦੀ ਹੋ ਜਾਂਦੀ ਹੈ ਔਰ ਇਹ ਉੱਥੇ ਉਹ ਪਾਇਆ ਗਿਆ। ਮਨਸੂਰਵਾਲ ਕਲਾਂ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਤੇ 10 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਇਲਾਕਾ ਨਿਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਬੂਰ ਪੈਂਦਾ ਨਜ਼ਰ ਆਉਣ ਲੱਗ ਪਿਆ, ਕਿਉਂਕਿ ਜਾਂਚ ਅਧਿਕਾਰੀਆਂ ਦੀ ਰਿਪੋਰਟ ਨੇ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਜੀ। ਦੇਖੋ, ਪਹਿਲਾਂ ਦੀ ਆਪਾਂ ਗੱਲ ਕਰਦੇ ਹਾਂ, ਪਹਿਲਾਂ ਉਹਦੇ ਵਿੱਚ ਉਹਨੂੰ ਕਲੀਨ ਚਿੱਟ ਮਿਲ ਗਈ ਜੀ। ਇਹ ਜਿਹੜਾ ਪਾਣੀ ਜ਼ਮੀਨ ਦੇ ਵਿੱਚ ਬੋਰਵੈਲ ਦੇ ਥਰੂ ਪਾਇਆ ਜਾ ਰਿਹਾ ਸੀਗਾ ਸ਼ਰਾਬ ਫੈਕਟਰੀ ਦੇ ਥਰੂ, ਪਹਿਲਾਂ ਜਿਹੜੀ ਰਿਪੋਰਟ ਪੰਜਾਬ ਸਰਕਾਰ ਨੇ ਦਿੱਤੀਆਂ ਸੀਗੀਆਂ ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹ ਜਿਹੜਾ ਪਾਣੀ ਬੋਰਵੈਲ ਦੇ ਵਿੱਚ ਪਾਇਆ ਜਾ ਰਿਹਾ ਉਹਦੀ ਵਜ੍ਹਾ ਕਰਕੇ ਨੇੜਲੇ ਪਿੰਡਾਂ ਦਾ ਜਿਹੜਾ ਪਾਣੀ ਆ ਜ਼ਮੀਨ ਦੇ ਥੱਲੇ ਵਾਲਾ ਪਾਣੀ, ਧਰਤੀ ਹੇਠਲਾ ਪਾਣੀ, ਉਹ ਪੋਲਿਊਟ ਨਹੀਂ ਹੋਇਆ। ਉਹ ਹੋਇਆ ਜੀ ਤੁਹਾਡੇ ਮਲ ਮੂਤਰ ਕਰਕੇ ਜਾਂ ਹੋਰ ਚੀਜ਼ਾਂ ਕਰਕੇ ਹੋਇਆ, ਨੈਚੁਰਲ ਉਹਦੇ ਕਰਕੇ ਹੋਇਆ। ਲੇਕਿਨ ਉਸ ਤੋਂ ਬਾਅਦ ਵਿੱਚ ਕਿਸਾਨਾਂ ਨੇ ਸੰਘਰਸ਼ ਜਾਰੀ ਰੱਖਿਆ ਤੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀ ਜਿਹੜੀ ਰਿਪੋਰਟ ਆਈ ਹੈ ਜਿਹਦੇ ਵਿੱਚ ਉੱਥੋਂ ਦਾ ਜਿਹੜਾ ਪਿੰਡ ਹੈਗਾ ਸੀਗਾ ਰੋਹੀ ਪਿੰਡ ਆ ਜਿਹੜਾ ਉਹਦੇ ਪਾਣੀ ਦੇ ਵਿੱਚ ਸਾਈਨਾਈਡ ਦੀ ਮਾਤਰਾ ਪਾ ਗਈ। ਔਰ ਇਸ ਰਿਪੋਰਟ ਨੇ ਜਦੋਂ ਇਹ ਰਿਪੋਰਟ ਜਨਤਕ ਹੋਈ ਆ CPCB ਦੀ ਤਾਂ ਉਹਨੇ ਹੜਕੰਮ ਮਚਾ ਕੇ ਰੱਖ ਦਿੱਤਾ ਹੈਗਾ ਵੀ ਇੰਨੀ ਖਤਰਨਾਕ ਚੀਜ਼ ਜਿਹੜੀ ਆ ਉਹ ਪਾਣੀ ਚ ਪਾਈ ਗਈ ਹੈ। ਸੋ ਹਰਵਿੰਦਰ ਸਿੰਘ ਜੀ, ਤੁਹਾਨੂੰ ਨਹੀਂ ਲੱਗਦਾ ਕਿ ਇਸ ਪਹਿਲਾਂ ਤਾਂ ਜਿਹੜੀ ਆ ਰਿਪੋਰਟ ਹੋਈ ਹੈ ਜਿਹੜੀ ਕਲੀਨ ਚਿੱਟ ਸਟੇਟ ਗਵਰਨਮੈਂਟ ਵੱਲੋਂ ਦੇ ਦਿੱਤੀ ਗਈ ਉਹਨਾਂ ਨੂੰ, ਠੀਕ ਹੈ, ਔਰ ਬਾਅਦ ਚ ਜਿਹੜੀ ਆਪਣੇ ਸੈਂਟਰ ਦੇ ਵਿੱਚੋਂ ਆਈ ਔਰ ਉਹਨਾਂ ਨੇ ਪਾਇਆ ਕਿ ਵੀ ਇਹ ਪਾਣੀ ਜ਼ਹਿਰੀਲਾ ਹੈਗਾ, ਸਲਫਰ ਇਹਦੇ ਵਿੱਚ ਪਾਇਆ ਗਿਆ। ਸੋ ਕਿ ਸਾਡੀ ਸਟੇਟ ਗਵਰਨਮੈਂਟ ਜਿਹੜੀ ਆ ਇੰਨੀ ਕੈਪੇਬਲ ਨਹੀਂ ਹੈਗੀ ਜਿਹੜੀ ਪਾਣੀ ਦੇ ਵਿੱਚ ਆ ਤੱਤਵ ਜ਼ਹਿਰੀਲੇ ਤੱਤਵ ਨੂੰ ਲੱਭ ਸਕੇ, ਜਿਹੜੀ ਉਹਨਾਂ ਨੂੰ ਸਿੱਧੀ ਕਲੀਨ ਚਿੱਟ ਦੇਤੀ ਵੀ ਨਹੀਂ ਇਹ ਸਹੀ ਹੈ। ਮੈਂ ਤੁਹਾਨੂੰ ਦੱਸ ਦਿੰਦਾ ਕਿ ਲੱਭ ਸਕੇ ਵਾਲੀ ਗੱਲ ਨਹੀਂ ਹੈਗੀ ਇਹ ਜੀ। ਇਹ ਤੁਹਾਨੂੰ ਮੈਂ ਦੱਸ ਦਿੰਦਾ ਕਿ ਇੱਕ ਨਾ ਉੱਥੇ ਇੱਕ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਮੌਜੂਦ ਸੀਗੇ ਜੀ, ਹੋਰ ਜਿਹੜੇ ਬਹੁਤ ਵੱਡੇ ਇੰਸਟੀਚਿਊਟ ਜਿਹੜੇ ਸੀਗੇ ਉਹਨਾਂ ਦੇ ਬੰਦੇ ਇਹਦੇ ਵਿੱਚ ਮੌਜੂਦ ਸੀ। ਜਦੋਂ ਸੈਂਟਰ ਦੇ ਸੀਗੇ, ਜਦੋਂ ਸਟੇਟ ਵੱਲੋਂ ਇਹ ਸਟੇਟ ਵੱਲੋਂ ਕੀਤਾ ਗਿਆ। ਉਸ ਤੋਂ ਬਾਅਦ ਵਿੱਚ ਇੱਕ ਹੋਰ ਹੈਰਾਨੀ ਵਾਲੀ ਗੱਲ ਜਿਹੜੀ ਸੀਗੀ ਉਹ ਇਹ ਸੀਗੀ ਕਿ ਇਹਦੇ ਵਿੱਚ ਜਿਹੜੇ ਇੰਡੀਆ ਦੇ ਵਿੱਚ ਮੰਨੇ ਜਾਣ ਵਾਲੇ ਵਾਤਾਵਰਨ ਪ੍ਰੇਮੀ ਜੀ ਸੰਤ ਬਲਵੀਰ ਸਿੰਘ ਸੀਚੇਵਾਲ ਵੀ ਇਸੇ ਕਮੇਟੀ ਵਿੱਚ ਮੌਜੂਦ ਸੀਗੇ। ਅੱਛਾ ਜੀ ਸਰ। ਔਰ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਹੈ ਕਿ ਇਹ ਜਿਹੜਾ ਪਾਣੀ ਗੰਦਾ ਹੋਇਆ ਇਹ ਸ਼ਰਾਬ ਫੈਕਟਰੀ ਕਰਕੇ ਨਹੀਂ ਹੋਇਆ, ਇਹ ਵੈਸੇ ਹੀ ਗੰਦਾ ਹੋ ਗਿਆ ਪਾਣੀ। ਵੈਸੇ ਕਿੱਦਾਂ ਗੰਦਾ ਹੋ ਠੀਕ ਹੈ, ਲੇਕਿਨ ਜਿਹੜੇ ਉੱਥੇ ਧਰਨੇ ਦੇ ਉੱਤੇ ਬੈਠੇ ਸੀਗੇ ਉਹਨਾਂ ਨੇ ਉਸ ਰਿਪੋਰਟ ਨੂੰ ਟੋਟਲੀ ਨਕਾਰ ਦਿੱਤਾ ਜੀ। ਠੀਕ ਹੈ ਜੀ, ਇਹ ਰਿਪੋਰਟ ਬਿਲਕੁਲ ਗਲਤ ਹੈ। ਉਸ ਤੋਂ ਬਾਅਦ ਉਹਨਾਂ ਨੇ ਬਾਹਰ ਦੀਆਂ ਲੈਬੋਰਟਰੀਆਂ ਦੇ ਵਿੱਚੋਂ ਇਹਦੇ ਟੈਸਟ ਕਰਵਾਏ, ਫਿਰ ਉਹਦੇ ਰਿਜ਼ਲਟ ਜਿਹੜੇ ਸੀਗੇ ਉਹ ਕੋਰਟ ਨੂੰ ਸੌਂਪੇ ਗਏ। ਉਸ ਤੋਂ ਬਾਅਦ ਵਿੱਚ ਫਿਰ ਸੈਂਟਰਲ ਕੰਟਰੋਲ ਬੋਰਡ ਨੂੰ ਇਹਦਾ ਆਰਡਰ ਹੋਇਆ ਔਰ ਉਹਦੀ ਟੈਸਟਿੰਗ ਵਾਸਤੇ ਦੁਬਾਰਾ ਉਹਨਾਂ ਨੂੰ ਭੇਜਿਆ ਗਿਆ। ਲੇਕਿਨ ਹੁਣ ਜਿਹੜੇ ਹੈਰਾਨੀਜਨਕ ਜਿਹੜੇ ਮਾਮਲੇ ਸਾਹਮਣੇ ਆਏ ਆ ਕਿ ਉਹ ਰਿਪੋਰਟ ਜਿਹੜੀ ਪਹਿਲਾਂ ਇਸ ਤੋਂ ਪਹਿਲਾਂ ਜਨਤਕ ਕੀਤੀ ਗਈ ਸੀ ਔਰ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਦਿੱਤੀ ਗਈ ਸੀਗੀ, ਠੀਕ ਹੈ, ਉਹ ਤੋਂ ਪਰਦਾ ਚੱਕਿਆ ਗਿਆ। ਕਿਤੇ ਨਾ ਕਿਤੇ ਇਹ ਸਿਆਸੀ ਹੈ ਜੀ, ਇਹ ਮੁੱਦਾ ਲੋਕਾਂ ਦੀ ਸਿਹਤ ਨਾਲ ਨਾ ਜੁੜ ਕੇ ਇਹ ਮੁੱਦਾ ਸਿਆਸੀ ਬਣ ਗਿਆ, ਸਿਆਸੀ ਬਣ ਚੁੱਕਿਆ। ਬਿਲਕੁਲ ਹਰਵਿੰਦਰ ਸਿੰਘ
ਸਿੰਘ ਜੀ, ਪਰ ਹੁਣ ਦੇ ਮੌਜੂਦਾ ਹਾਲਾਤ ਉੱਥੇ ਦੇ ਕੀ ਨੇ? ਸ਼ਰਾਬ ਫੈਕਟਰੀ ਬੰਦ ਪਈ ਹੈ, ਪਰ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਜੀ ਜੀ ਉਹ ਤਾਂ ਆਪਣਾ ਘਰ-ਬਾਰ ਛੱਡ ਕੇ, ਆਪਣੀ ਪਹਿਲੇ ਛੱਡ ਕੇ ਤਾਂ ਜਾਣਗੇ ਨਹੀਂ। ਜੀ ਜੀ ਤਾਂ ਕੀ ਉਹਦੇ 'ਚ ਕਿਹਦਾ ਘਾਟਾ? ਲੋਕਾਂ ਦਾ ਘਾਟਾ ਹੈ, ਪੋਲੀਟਿਕਸ ਦਾ ਘਾਟਾ ਸਿਰਫ ਆਮ ਲੋਕਾਂ ਦਾ ਜਿਹੜਾ ਉੱਥੇ ਰਹਿ ਰਹੇ ਆ। ਜਸਕੀਰਤ ਜੀ, ਇੱਕ ਸਿੱਧੀ ਜੀ ਗੱਲ ਹੈਗੀ ਆ, ਪੋਲੀਟਿਕਸ ਬਣੀ ਆ ਲੋਕਾਂ ਦੇ ਨਾਲ ਜੀ, ਠੀਕ ਹੈ, ਸਮਾਜ ਲੋਕਾਂ ਨਾਲ ਬਣਦਾ ਹੈ ਜੀ, ਵੋਟਾਂ ਲੋਕਾਂ ਨੇ ਪਾਉਣੀਆਂ ਜੀ। ਔਰ ਜੇ ਪੋਲਿਟਿਕਸ ਨੂੰ ਘਾਟਾ ਕਰਦਾ, ਪੋਲਿਟਿਕਸ ਕੋਈ ਬਿਜ਼ਨਸ ਨਹੀਂ ਹੈ ਜਿੱਥੇ ਕੋਈ ਆਪਾਂ ਪ੍ਰੋਫਿਟ ਐਂਡ ਲਾਸ ਦੇਖਣਾ ਹੈਗਾ। ਪੋਲਿਟਿਕਸ ਜਿਹੜੀ ਬਣਾਈ ਗਈ ਹੈ ਉਹ ਲੋਕਾਂ ਦੀ ਸੇਵਾ ਵਾਸਤੇ ਬਣਾਈ ਗਈ ਹੈ, ਨਾ ਕਿ ਪ੍ਰੋਫਿਟ ਐਂਡ ਲਾਸ ਲਈ, ਠੀਕ ਹੈ। ਪੋਲਿਟਿਕਸ ਨੂੰ ਘਾਟਾ ਨਹੀਂ ਹੈ, ਪੋਲਿਟਿਕਸ ਦਾ ਤੇ ਵਾਧਾ। ਜੇ ਪੋਲਿਟਿਕਸ ਲੋਕ ਹਿੱਤਾਂ ਦੀ ਗੱਲ ਨਹੀਂ ਕਰਦੀ, ਜੇ ਸਾਡੀ ਪੋਲਿਟਿਕਸ ਲੋਕਾਂ ਦੀ ਆਵਾਜ਼ ਨਹੀਂ ਸੁਣਦੀ, ਠੀਕ ਹੈ, ਜੇ ਪੋਲਿਟਿਕਸ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੀ ਹੈ ਔਰ ਜਿਹੜੇ ਪੂੰਜੀਪਤੀ ਹੈਗੇ ਨੇ ਜਾਂ ਬਿਜ਼ਨਸਮੈਨ ਹੈਗੇ ਉਹਨਾਂ ਨੂੰ ਪੋਲਿਟਿਕਸ ਵਿੱਚ ਲੈ ਕੇ ਆਉਂਦੀ ਹੈ, ਤੇ ਨੁਕਸਾਨ ਹੈ, ਦੇਸ਼ ਦਾ ਨੁਕਸਾਨ ਹੈ, ਸਮਾਜ ਦਾ ਨੁਕਸਾਨ ਹੈ, ਠੀਕ ਹੈ, ਲੋਕਾਂ ਦੀ ਰੈਪੂਟੇਸ਼ਨ ਹੈ ਉਹਦਾ ਨੁਕਸਾਨ ਹੈ, ਉਸ ਪੋਲਿਟਿਕਸ ਦਾ ਵੀ ਨੁਕਸਾਨ ਹੈ। ਜੇ ਸਾਡੀ ਰਾਜਨੀਤੀ ਸਹੀ ਤਰੀਕੇ ਨਾਲ ਚੱਲਦੀ ਹੈ, ਉਹ ਲੋਕਾਂ ਦੀ ਆਵਾਜ਼ ਸੁਣਦੀ ਹੈ, ਲੋਕਾਂ ਦੀ ਸਿਹਤ ਦਾ ਧਿਆਨ ਰੱਖਦੀ ਹੈ, ਉਹਨਾਂ ਨੂੰ ਪਹਿਲ ਦਿੰਦੀ ਹੈ, ਉਹਨਾਂ ਦੀ ਆਵਾਜ਼ ਸੁਣਦੀ ਹੈ, ਉਹਨਾਂ ਦੇ ਹੱਕਾਂ ਦਾ ਧਿਆਨ ਰੱਖਦੀ ਹੈ, ਤੇ ਪੋਲਿਟਿਕਸ ਜਿਹੜੀ ਆ ਉਹ ਸਦਾ ਜੀਂਦੀ ਰਹਿੰਦੀ ਹੈ, ਉਹਦੀ ਉਮਰ ਵੀ ਲੰਬੀ ਹੁੰਦੀ ਹੈ, ਔਰ ਪੋਲੀਟੀਸ਼ੀਅਨਸ ਦੀ ਵੀ ਉਮਰ ਲੰਮੀ ਹੁੰਦੀ ਹੈ ਜੀ। ਔਰ ਇਹ ਚੀਜ਼ ਹੈਗੀ ਹੈ, ਜੇ ਆਪਾਂ ਜੀਰਾ ਸ਼ਰਾਬ ਫੈਕਟਰੀ ਦੀ ਗੱਲ ਕਰਦੇ ਹਾਂ, ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸ ਦਿੰਦਾ ਹੈਗਾ ਕਿ ਜਿਹੜੇ CPCB ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਫੈਕਟਰੀ ਪ੍ਰਬੰਧਕਾਂ ਨੇ ਫੈਕਟਰੀ ਦੇ ਅੰਦਰ 25 ਡੂੰਘੇ ਬੋਰਵੈਲਾਂ ਨੂੰ ਜ਼ਹਿਰੀਲੇ ਪਾਣੀ ਨਾਲ ਭਰ ਦਿੱਤਾ ਸੀ ਜੀ, ਠੀਕ ਹੈ, ਜਿਹਦੇ ਕਾਰਨ 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿਹੜਾ ਪਾਣੀ ਸੀ ਉਹ ਪ੍ਰਦੂਸ਼ਿਤ ਹੋ ਗਿਆ ਜੀ। ਲੋਕਾਂ ਨੂੰ ਪੀਣ ਵਾਲੀ ਅਤੇ ਸਿੰਚਾਈ ਵਾਸਤੇ ਵਰਤਣ ਲਈ ਪਾਣੀ ਮਿਲਿਆ ਹੀ ਨਹੀਂ, ਦਿੱਕਤ ਖੜੀ ਹੋ ਗਈ। ਦੇਖੋ, ਸਾਡੀ ਬੇਸਿਕ ਨੀਡ ਹੈ ਪਾਣੀ ਜੀ, ਠੀਕ ਹੈ, ਪਾਣੀ ਸਾਡੇ ਜੀਵਨ ਦਾ ਆਧਾਰ ਹੈ ਜੀ, ਸਾਡਾ ਜੀਵਨ ਪਾਣੀ ਤੋਂ ਸ਼ੁਰੂ ਹੋਇਆ, ਬਿਲਕੁਲ, ਠੀਕ ਹੈ। ਬੜੀ ਸਿੱਧੀ ਜੀ ਗੱਲ ਹੈ ਜਸਕੀਰਤ ਜੀ, ਜੇ ਸਾਡਾ ਪਾਣੀ ਹੀ ਗੰਦਾ ਹੋ ਗਿਆ ਜੀ, ਠੀਕ ਹੈ, ਸਾਡਾ ਜੀਵਨ ਖਤਮ ਹੈ। ਸਾਡੇ ਦੇਖੋ, ਅੱਜ ਦੇ ਸਮੇਂ ਦੇ ਵਿੱਚ ਸਾਇੰਟਿਸਟ ਜਿਹੜੇ ਹੈਗੇ ਨੇ, ਨਾਸਾ ਵਰਗੀ ਜਿਹੜੀ ਸੰਸਥਾ ਆ, ਉਹ ਦੂਜੇ ਗ੍ਰਹਿਾਂ ਤੇ ਕੀ ਲੱਭ ਰਹੀ ਹੈ? ਜੀਵਨ ਕਿੱਥੋਂ ਲੱਭ ਰਹੀ ਹੈ? ਉਹ ਪਾਣੀ ਚੋਂ ਜੀ, ਠੀਕ ਹੈ। ਲੇਕਿਨ ਇੱਥੇ ਜਿੱਥੇ ਪਾਣੀ ਪਹਿਲਾਂ ਹੀ ਮੌਜੂਦ ਸੀਗਾ, ਉੱਥੇ ਸਾਡੇ ਸਿਆਸਤਦਾਨ ਕੁਝ ਪੂੰਜੀਪਤੀਆਂ ਦੇ ਨਾਲ ਰਲ ਕੇ ਉਸੇ ਹੀ ਪਾਣੀ ਨੂੰ ਗੰਦਾ ਕਰੀ ਜਾਂਦੇ ਆ, ਠੀਕ ਹੈ। ਹੁਣ ਮੰਨ ਲਓ ਜਿਹੜੀ ਸਿੱਧੀ ਜੀ ਗੱਲ ਆ ਕਿ ਇਹਨਾਂ ਦੀ ਸੋਚ ਇਹ ਹੈਗੀ ਆ ਵੀ ਇੱਥੇ ਪਾਣੀ ਆਪਾਂ ਖਤਮ ਕਰ ਦਈਏ ਔਰ ਉੱਪਰਲੇ ਕਿਸੇ ਗ੍ਰਹਿ ਤੇ ਜਾ ਕੇ ਪਾਣੀ ਲੱਭੀਏ, ਠੀਕ ਹੈ। ਉਹ ਹਜੇ ਲੱਭ ਨਹੀਂ ਰਿਹਾ, ਜਿਹੜਾ ਲੱਭਿਆ ਹੋਇਆ ਉਹਦੀ ਵੀ ਕੇਅਰ ਹੋ ਰਹੀ ਹੈ, ਉਹਨੂੰ ਅਸੀਂ ਖਰਾਬ ਕਰੀ ਜਾ ਰਹੇ ਹਾਂ। ਮੈਂ ਤੁਹਾਨੂੰ ਗੱਲ ਦੱਸਣ ਲੱਗਾ ਸੀਗਾ, ਮੇਰੀ ਗੱਲ ਵਿੱਚ ਹੀ ਰਹਿ ਗਈ ਕਿ ਸਿੰਚਾਈ ਵਾਸਤੇ ਵੀ ਪਾਣੀ ਨਹੀਂ ਮਿਲ ਰਿਹਾ, ਪੀਣ ਵਾਸਤੇ ਪਾਣੀ ਵੀ ਨਹੀਂ ਮਿਲ ਰਿਹਾ, ਪ੍ਰਦੂਸ਼ਿਤ ਪਾਣੀ ਨੇ ਕਈ ਜਾਨਵਰਾਂ ਦੀ ਜਾਨ ਵੀ ਲੈ ਲਈ, ਤੇ ਲੋਕ ਜਿਹੜੇ ਆ ਕੈਂਸਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹੈਗਾ ਕਿ ਜਿਹੜਾ ਉਹ ਇਲਾਕਾ ਹੈਗਾ ਜੀ, ਇਹ ਮੱਲਾਂਵਾਲ ਜਿਹੜਾ ਹੈਗਾ, ਮਨਸੂਰਵਾਲ ਜਿਹੜਾ ਇਲਾਕਾ ਹੈਗਾ, ਇਹ ਸਤਲੁਜ ਨੂੰ ਅੱਗੇ ਟੱਪ ਕੇ ਜਿਹੜਾ ਜੀਰਾ ਪਿੰਡ ਆਉਂਦਾ, ਮਖੂ ਜੀਰਾ, ਦੋ ਇਲਾਕੇ ਨੇ, ਫੇਮਸ ਇਲਾਕੇ ਆ ਪੰਜਾਬ ਦੇ ਵਿੱਚ ਮੰਨੇ ਜਾਂਦੇ ਆ। ਉਸ ਸਾਈਡ ਦੇ ਉੱਤੇ ਅੱਜ ਵੀ ਉਹਨਾਂ ਦਾ ਨਾਮ ਮਖੂ ਜੀਰਾ ਕਰਕੇ ਲਿਆ ਜਾਂਦਾ। ਇਹ ਜੀਰੇ ਦੇ ਇਲਾਕੇ ਦੇ ਵਿੱਚ ਇਹ ਬਣੀ ਹੋਈ ਫੈਕਟਰੀ ਹੈ, ਉਹਨੇ 15 ਕਿਲੋਮੀਟਰ ਦੇ ਦਾਇਰੇ ਦੇ ਪਾਣੀ ਨੂੰ ਗੰਦਾ ਕਰ ਦਿੱਤਾ, ਠੀਕ ਹੈ। ਔਰ ਇਹ ਸਿਰਫ ਪਤਾ ਨਹੀਂ ਹੈ ਹੋਰ ਕਿੰਨੇ ਜ਼ਹਿਰ ਨੇ, ਸਾਡੇ ਸ਼ਰਾਬ ਦੀਆਂ ਫੈਕਟਰੀਆਂ ਪੰਜਾਬ 'ਚ ਹੋਰ ਕਿੰਨੀਆਂ ਲੱਗੀਆਂ ਨੇ, ਇਹ ਤਾਂ ਇੱਕ ਹਿੱਸਾ ਅੱਜ ਸਾਹਮਣੇ ਆਇਆ। ਬਾਕੀ ਹਜੇ ਚੈਪਟਰ ਜਦੋਂ ਖੁੱਲੂਗੇ ਤੇ ਫਿਰ ਪਤਾ ਲੱਗੂਗਾ, ਫਿਰ ਅੱਗੇ ਦੀ ਕਹਾਣੀ ਦਾ ਪਤਾ ਲੱਗੂਗਾ, ਸਮਾਂ ਦੱਸੂਗਾ। ਜੀ ਬਿਲਕੁਲ। ਇਹ ਹਰਵਿੰਦਰ ਸਿੰਘ ਜੀ, ਇਹ ਸਾਰੀ ਜਦੋਂ ਆਪਾਂ ਘਟਨਾਵਾਂ ਸੁਣਦੇ ਆ ਵੀ, ਇਹ ਸਾਰੀ ਘਟਨਾਵਾਂ ਤਾਂ ਪਹਿਲਾਂ ਹੀ ਸੁਣਦੇ ਸੀਗੇ ਵੀ ਖਾਣੇ ਦੇ ਵਿੱਚ ਫਰਟੀਲਾਈਜ਼ਰ ਹੈਗੇ ਆ ਤੇ ਖਾਣ ਪੀਣ ਬਹੁਤ ਜ਼ਿਆਦਾ ਮਿਕਸਚਰ ਹੋ ਚੁੱਕਾ ਆ, ਠੀਕ ਹੈ ਜੀ। ਪਰ ਪਾਣੀ ਦੇ ਵਿੱਚ ਵੀ ਇਹ ਜੀ ਜਦੋਂ ਗੱਲਾਂ ਆਉਂਦੀਆਂ ਤਾਂ ਵਾਕਈ ਦਿਲ ਦੁਖਦਾ ਆ। ਜਿਹੜੀ ਸਰਕਾਰਾਂ ਨੇ ਇਹਦੇ ਲਈ ਜੋ ਐਕਸ਼ਨ ਲੈ ਰਹੀਆਂ ਨੇ ਜਾਂ ਨਹੀਂ ਲੈਂਦੀਆਂ ਨੇ, ਬਟ ਉਹਨਾਂ ਨੂੰ ਕੁਝ ਇੱਕ ਸਟ੍ਰਿਕਟ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਤਾਂ ਜੋ ਜਿਹੜੀ ਚੀਜ਼ ਸਾਡੇ ਕੋਲ ਵਧੀਆ ਹੈਗੀ ਆ, ਜਿਹੜੀ ਪਾਣੀ ਦੀ ਕੁਆਲਿਟੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਮੰਨੀ ਗਈ ਹੈ ਵਧੀਆ, ਉਹਨੂੰ ਘੱਟੋ ਘੱਟ ਆਪਾਂ ਸਾਂਭ ਕੇ ਰੱਖ ਸਕੀਏ। ਅੱਛਾ ਹਰਵਿੰਦਰ ਸਿੰਘ ਜੀ, ਆਪਾਂ ਕੱਲ੍ਹ ਹੀ ਗੱਲ ਕਰ ਰਹੇ ਸੀਗੇ 2000 ਦੇ ਨੋਟ ਦੇ ਬਾਰੇ ਕਿ ਜਿੱਦਾਂ 2000 ਦੇ ਨੋਟ ਦੀ ਜਿਹੜੀ ਨੋਟਬੰਦੀ ਆ ਉਹ ਕਰ ਦਿੱਤੀ ਗਈ ਹੈ, ਪਰ ਅੱਜ ਇੱਕ ਨਵਾਂ ਜਿਹੜਾ ਬਿਆਨ ਆ ਪ੍ਰਸ਼ਾਸਨ ਵੱਲੋਂ ਇਹ ਆ ਰਿਹਾ ਹੈਗਾ ਕਿ ਅਸੀਂ 2000 ਦਾ ਨੋਟ ਜਿਹੜਾ ਹੈਗਾ ਇੰਟਰੋਡਿਊਸ ਹੀ ਤਾਂ ਕੀਤਾ ਸੀ, ਲੈ ਕੇ ਹੀ ਤਾਂ ਆਏ ਸੀਗੇ ਕਿ ਜਿਹੜੀ ਪੂਰਤੀ ਹੈਗੀ ਘਾਟੇ ਦੀ ਉਹ ਪੂਰੀ ਹੋ ਸਕੇ ਜੀ। ਤਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜਸਕੀਰਤ ਜੀ, ਮੈਂ ਵੀ ਬੜਾ ਸੁਣ ਕੇ ਹੈਰਾਨ ਹੋਇਆ ਕਿ ਪਹਿਲਾਂ ਨੋਟਬੰਦੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਚੱਕਰ ਦੇ ਵਿੱਚ, ਅੱਤਵਾਦ ਨੂੰ ਖਤਮ ਕਰਨ ਦੇ ਚੱਕਰ ਦੇ ਵਿੱਚ, ਦੇਸ਼ ਸਾਡਾ ਤਰੱਕੀ ਕਰੂਗਾ, ਅਸੀਂ ਨਵੀਆਂ ਰਾਹਾਂ ਤੇ ਜਾਵਾਂਗੇ, ਠੀਕ ਹੈ, ਉਹ ਕਹਿ ਕੇ ਲੋਕਾਂ ਨੂੰ ਨੋਟਬੰਦੀ ਕਰਾਏਗੀ ਜੀ।
ਉਸ ਤੋਂ ਬਾਅਦ ਵਿੱਚ ਹੁਣ ਜਿਹੜੀ ਇੱਕ ਨਵੀਂ ਕਹਾਣੀ ਜੋੜ ਦਿੱਤੀ ਗਈ ਪ੍ਰਸ਼ਾਸਨ ਵੱਲੋਂ ਕਿ ਨਹੀਂ ਜੀ ਇਹ ਨੋਟਬੰਦ ਅਸੀਂ ਤੇ 2000 ਦਾ ਨੋਟ ਹੀ ਇਸ ਕਰਕੇ ਚਲਾਇਆ ਸੀਗਾ, ਵੈਸੇ ਇਹਦੀ ਲੋੜ ਨਹੀਂ ਸੀ, ਇਹ ਚਲਾਇਆ ਹੀ ਇਸ ਕਰਕੇ ਸੀਗਾ ਕਿ ਜਿਹੜਾ ਪੈਸੇ 500 ਦੇ ਨਾਲ ਜਿਹੜੀ ਪੈਸੇ ਦੀ ਪੂਰਤੀ ਨਹੀਂ ਹੋਣੀ ਤੇ 2000 ਦੇ ਨੋਟ ਦੇ ਨਾਲ ਪੈਸੇ ਦੀ ਪੂਰਤੀ ਹੋ ਜਾਏਗੀ ਜੀ। ਠੀਕ ਹੈ। ਉਸ ਤੋਂ ਬਾਅਦ ਵਿੱਚ ਹੋਰ ਇੱਕ ਨਵੀਂ ਚੀਜ਼ ਇਹਦੇ ਵਿੱਚ ਹੋਰ ਆਈ ਹੈ ਕਿ ਉਹਨਾਂ ਨੇ ਇਹ ਕਿਹਾ ਕਿ 2000 ਦਾ ਨੋਟ ਬਦਲਣ ਲਈ ਕਿਸੇ ਵੀ ਫਾਰਮ ਜਾਂ ਪਛਾਣ ਪੱਤਰ ਦੀ ਲੋੜ ਨਹੀਂਗੀ ਜੀ। ਠੀਕ ਹੈ। ਰਿਜ਼ਰਵ ਬੈਂਕ ਨੇ 19 ਮਈ ਨੂੰ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ ਜੀ। ਠੀਕ ਹੈ। ਫਿਰ ਉਸ ਤੋਂ ਬਾਅਦ ਬੈਂਕ ਨੇ 30 ਸਤੰਬਰ ਤੱਕ ਅਜਿਹੇ ਨੋਟ ਬੈਂਕਾਂ ਦੇ ਵਿੱਚ ਬਦਲਣ ਜਾਂ ਖਾਤਿਆਂ ਦੇ ਵਿੱਚ ਜਮ੍ਹਾਂ ਕਰਨ ਨੂੰ ਕਿਹਾ ਜੀ। ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਦਿੰਦੇ ਹਾਂ ਕਿ ਨਵੰਬਰ 2016 ਦੀ ਨੋਟਬੰਦੀ ਦੇ ਝਟਕੇ ਦੇ ਉਲਟ ਜਦੋਂ ਪੁਰਾਣੇ 500 ਤੇ 1000 ਰੁਪਏ ਦੇ ਨੋਟਾਂ ਨੂੰ ਰਾਤੋਂ ਰਾਤ ਬੰਦ ਕਰ ਦਿੱਤਾ ਗਿਆ ਤਾਂ 2000 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਵਿੱਚ ਬਣੇ ਰਹਿਣਗੇ ਜੀ। ਭਾਰਤੀ ਸਟੇਟ ਬੈਂਕ ਨੇ ਆਪਣੇ ਸਾਰੇ ਮੁੱਖ ਦਫ਼ਤਰਾਂ ਦੇ ਚੀਫ ਜਨਰਲ ਮੈਨੇਜਰਾਂ ਨੂੰ ਸੂਚਿਤ ਕੀਤਾ ਕਿ ਆਮ ਲੋਕਾਂ ਦੁਆਰਾ ਇੱਕ ਸਮੇਂ ਦੇ ਵਿੱਚ 20000 ਰੁਪਏ ਦੀ ਹੱਦ ਤੱਕ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਹੂਲਤ ਬਿਨਾਂ ਕਿਸੇ ਢੁਕਵੀਂ ਸਲਿੱਪ ਦੇ ਦਿੱਤੀ ਜਾਵੇ ਜੀ। ਅਜਿਹੇ ਨੋਟਾਂ ਨੂੰ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਾਉਣ ਦੇ ਸੰਬੰਧ ਦੇ ਵਿੱਚ ਰਿਜ਼ਰਵ ਬੈਂਕ ਨੇ ਕੋਈ ਹੱਦ ਨਿਰਧਾਰਿਤ ਨਹੀਂ ਕੀਤੀ ਜੀ। ਪਰ 2000 ਦੇ ਨੋਟ ਬਦਲਣ ਲਈ ਕੋਈ ਕਿੰਨੀ ਵੀ ਵਾਰ ਕਤਾਰ ਵਿੱਚ ਖੜਾ ਹੋ ਸਕਦਾ ਹੈ। ਹਾਲਾਂਕਿ ਨੋਟ ਬਦਲਣ ਦੀ ਸਹੂਲਤ 30 ਮਈ ਤੋਂ ਉਪਲਬਧ ਹੋਵੇਗੀ, ਪਰ ਕਈ ਗ੍ਰਾਹਕ ਸ਼ਨੀਵਾਰ ਨੂੰ ਹੀ 2000 ਰੁਪਏ ਦੇ ਨੋਟ ਨਾਲ ਆਪਣੀਆਂ ਬ੍ਰਾਂਚਾਂ ਵਿੱਚ ਜਾਂਦੇ ਵੇਖੇ ਗਏ ਜੀ, ਜਿਨ੍ਹਾਂ ਨੂੰ ਬੈਂਕ ਅਧਿਕਾਰੀਆਂ ਨੇ ਤਰੀਕਾਂ ਬਾਰੇ ਸਮਝਾ ਕੇ ਵਾਪਸ ਮੋੜ ਦਿੱਤਾ। ਦੇਖੋ ਕਿੱਡੀ ਭੰਬਲ ਭੂਸੇ ਵਾਲੀ ਗੱਲ ਹੈ ਇਹ ਕਿ ਪਹਿਲਾਂ ਅਚਾਨਕ ਤੁਸੀਂ ਨੋਟਬੰਦੀ ਦੀ ਖਬਰ 19 ਮਈ ਨੂੰ ਚਲਾ ਦਿੰਦੇ ਹੋ ਜੀ, ਫਿਰ ਉਸ ਤੋਂ ਬਾਅਦ ਤੁਸੀਂ ਗਾਈਡਲਾਈਨਸ ਨਹੀਂ ਜਿਹੜੀਆਂ ਦਿੱਤੀਆਂ ਲੋਕਾਂ ਨੂੰ, ਸਿਰਫ ਕੱਲੀ ਖਬਰ ਚਲਾ ਦਿੱਤੀ, ਗਾਈਡਲਾਈਨਸ ਦਿੱਤੀਆਂ ਹੀ ਨਹੀਂ ਕਿ ਤੁਸੀਂ ਕਿੰਨੇ ਨੋਟ ਬਦਲਨੇ ਨੇ, ਠੀਕ ਹੈ, ਕਿੰਨੀ ਤਰੀਕ ਤੋਂ ਨੋਟਬੰਦੀ ਸ਼ੁਰੂ ਹੋਣੀ ਹੈ। ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਇਆ ਹੋਇਆ ਸਰਕਾਰਾਂ ਨੇ, ਹਨਾ। ਤੇ ਦੇਖੋ ਪਹਿਲਾਂ 19 ਤਰੀਕ ਨੂੰ ਕਹਿਤਾ ਨੋਟਬੰਦੀ ਸ਼ੁਰੂ ਆ ਜੀ। ਅੱਛਾ, ਲੋਕੀ ਸਮਝਣ ਲੱਗ ਪਏ ਖਰੇ ਅੱਜ ਤੋਂ ਹੀ ਨੋਟਬੰਦੀ ਹੋ ਗਈ ਹੈ, ਠੀਕ ਹੈ। ਲੋਕੀ ਆਪਦੇ 2000 ਦੇ ਨੋਟ ਜੀ ਕੋਈ 1 ਸੀ, 2 ਸੀ, 4 ਸੀ, 5 ਸੀ, ਉਹ ਚਲਾ ਗਿਆ ਉੱਠ ਕੇ ਲੈ ਕੇ, ਠੀਕ ਹੈ। ਜਦੋਂ ਬੈਂਕ ਦੇ ਵਿੱਚ ਪਹੁੰਚੇ ਤੇ ਬੈਂਕ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ ਕਿ ਜਿਹੜੀ ਨੋਟ ਬਦਲਣ ਦੀ ਤਰੀਕ ਹੈ ਉਹ 23 ਮਈ ਹੈ ਜੀ। ਅੱਜ ਹਰਵਿੰਦਰ ਜੀ 22 ਤਰੀਕ ਹੈ, ਹਨਾ ਜੀ। 22 ਤਰੀਕ ਹੈ, 19 ਤਰੀਕ ਨੂੰ ਨੋਟਬੰਦੀ ਦਾ ਐਲਾਨ ਹੋ ਗਿਆ, 23 ਤਰੀਕ ਨੂੰ ਨੋਟ ਬਦਲਣੇ ਸ਼ੁਰੂ ਹੋਣਗੇ। ਹਜੇ ਬੈਂਕਾਂ ਖਾਲੀ ਨੇ, ਰਸ਼ ਨਹੀਂ ਪਿਆ। ਕੁਝ ਲੋਕਾਂ ਨੂੰ ਪਤਾ ਸੀ, ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਬੈਂਕਾਂ ਦੇ ਵਿੱਚ ਕਹਿ ਕੇ ਵਾਪਸ ਮੋੜਿਆ ਗਿਆ ਔਰ ਨੋਟਬੰਦੀ ਜਿਹੜੀ ਆ ਉਹ 23 ਤਰੀਕ ਨੂੰ ਸ਼ੁਰੂ ਹੋਣੀ ਹੈ ਔਰ ਇਹਦੇ ਵਿੱਚ ਕੋਈ ਆਈਡੀ ਕਾਰਡ ਜਾਂ ਕੋਈ ਸਲਿੱਪ ਨਹੀਂ ਲਈ ਜਾਏਗੀ, ਲੇਕਿਨ ਇੱਕ ਕੰਡੀਸ਼ਨ, ਇੱਕ ਸ਼ਰਤ ਪੱਕੀ ਹੈ ਕਿ ਨੋਟ 20000 ਤੋਂ ਵੱਧ ਜਿਹੜੇ ਆ ਉਹ ਐਕਸਚੇਂਜ ਨਹੀਂ ਹੋਣਗੇ। ਜੀ ਬਿਲਕੁਲ ਹਰਵਿੰਦਰ ਸਿੰਘ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ। ਇਹ ਗੱਲ ਮੈਂ ਪਹਿਲਾਂ ਵੀ ਕੀਤੀ ਹੈ ਵੀ ਅਸੀਂ ਵਰਲਡ ਦੀ ਸਭ ਤੋਂ ਵੱਡੀ ਲੋਕਤੰਤਰ ਸਾਨੂੰ ਕਿਹਾ ਜਾਂਦਾ ਹੈ, ਬਟ ਕਿਹੇ ਜਿਹਾ ਸਾਡਾ ਸਿਸਟਮ ਹੈ ਵੀ ਕੋਈ ਨੋਟਿਸ ਨਹੀਂ, ਕੁਛ ਨਹੀਂ, ਸਿੱਧਾ ਆਪਾਂ ਡਿਕਲੇਰੇਸ਼ਨ ਕਰ ਦਿੰਦੇ ਅਗਲੇ ਸਵੇਰੇ ਬਿਨਾਂ ਕਿਸੇ ਨੋਟਿਸ ਤੇ। ਪਰ ਆ ਜਿਹੜੇ 2000 ਰੁਪਏ ਦੇ ਨੋਟ ਬੰਦ ਹੋ ਰਹੇ ਹਰਵਿੰਦਰ ਸਿੰਘ ਜੀ, ਜਿਨ੍ਹਾਂ ਦਾ ਕੰਮ ਕੈਸ਼ 'ਚ ਸੀਗਾ, ਮੀਨਸ ਮਸਲਨ ਤੁਸੀਂ ਲਾ ਲਓ ਰੀਅਲ ਇਸਟੇਟ ਦਾ ਕੰਮ ਸੀਗਾ, ਜਿਨ੍ਹਾਂ ਦਾ ਕੈਸ਼ ਦਾ ਟ੍ਰਾਂਜ਼ਿਟ ਜ਼ਿਆਦਾ ਸੀਗਾ, ਠੀਕ ਹੈ। ਸੋ ਉਹਨਾਂ ਲਈ ਹੁਣ ਕੀ ਆਪਸ਼ਨ ਹੈ ਜਿਨ੍ਹਾਂ ਨੂੰ ਜਿੱਦਾਂ ਮੰਨ ਲਓ 1 ਕਰੋੜ ਰੁਪਏ ਦੀ ਕੈਸ਼ ਦੀ ਪੇਮੈਂਟ ਤੁਸੀਂ ਦੇਣੀ ਹੈ, ਠੀਕ ਹੈ। ਹੁਣ 1 ਕਰੋੜ ਦੇ ਵਿੱਚ 2000 ਦੇ ਨੋਟ ਘੱਟ ਲੱਗਣਗੇ, 500 ਦੇ ਵੱਧ ਲੱਗਣਗੇ, ਤਾਂ 2000 ਦੀ ਥਾਂ ਤੇ ਕੀ 1000 ਰੁਪਏ ਦੇ ਨੋਟ ਆਉਣਗੇ ਜਾਂ ਫਿਰ ਕੀ ਮਸਲਨ ਕਰਨਗੇ ਜਾਂ 500 ਤੱਕ ਹੀ ਸਾਡੀ ਜਿਹੜੀ ਕਰੰਸੀ ਉਹ ਰਹੂਗੀ? ਕੀ ਤੁਹਾਡਾ ਕਹਿਣਾ ਹੈ? ਦੇਖੋ ਆਪਾਂ ਜਸਕੀਰਤ ਜੀ ਪਹਿਲਾਂ ਵੀ ਇਸੇ ਪ੍ਰੋਗਰਾਮ ਦੇ ਵਿੱਚ ਇਹਦੇ ਬਾਰੇ ਗੱਲ ਕਰ ਚੁੱਕੇ ਹੈਗੇ ਆ ਕਿ ਪਹਿਲਾਂ ਨੋਟਬੰਦੀ 500 ਦੇ ਤੇ 1000 ਦੇ ਨੋਟ ਦੀ ਹੋਈ ਸੀ ਜੀ, ਠੀਕ ਹੈ। ਜਦੋਂ ਨੋਟ ਜਿਹੜੇ ਸੀਗੇ ਅੱਧੀ ਰਾਤ ਨੂੰ ਡੀਮੋਨੇਟਾਈਜ਼ ਕਰ ਦਿੱਤੇ ਗਏ ਜੀ, ਲੇਕਿਨ 500 ਦਾ ਨਵਾਂ ਨੋਟ ਆਇਆ, 1000 ਰੁਪਏ ਦਾ ਨੋਟ ਨਹੀਂ ਆਇਆ ਸੀ। ਦੋ ਦੀ ਜਗ੍ਹਾ ਤੇ ਕੀ ਆਇਆ? 2000 ਦਾ ਨੋਟ ਆਇਆ। ਪ੍ਰਸ਼ਾਸਨ ਕੀ ਕਹਿ ਰਿਹਾ ਕਿ 2000 ਦਾ ਨੋਟ ਜਿਹੜਾ ਹੈਗਾ ਉਹ ਇਸ ਕਰਕੇ ਅਸੀਂ ਲਾਤਾ ਕਿ ਜਿਹੜੀ ਅਮਾਊਂਟ ਜਿਹੜੀ ਹੈਗੀ ਆ ਉਹ ਰਾਸ਼ੀ ਜਿਹੜੀ ਆ ਲੋਕਾਂ ਦੀ ਉਹ ਪੂਰੀ ਕੀਤੀ ਜਾ ਸਕੇ। ਜੇ ਕੋਈ 4 ਲੱਖ ਰੁਪਇਆ ਲੈ ਕੇ ਆਇਆ, ਸਾਡੇ ਕੋਲ 500 ਨੋਟਾਂ ਦੀ ਗਿਣਤੀ ਘੱਟ ਸੀ, ਅਸੀਂ 2000 ਦਾ ਨੋਟ ਸ਼ੁਰੂ ਤਾਂ ਕੀਤਾ। ਬੜੀਆਂ ਮੀਡੀਆ ਦੇ ਵਿੱਚ ਖਬਰਾਂ ਆਈਆਂ ਜੀ, ਇਹਦੇ ਵਿੱਚ ਚਿੱਪਾਂ ਲੱਗੀਆਂ ਹੋਈਆਂ, ਇਹ ਨੋਟ ਸਮਾਰਟ ਹੈ ਜੀ, ਠੀਕ ਹੈ, ਇਹਦੇ ਵਿੱਚ GPS ਚਿੱਪ ਲੱਗੀ ਹੈ,
ਜਿੱਥੇ ਕਿਸੇ ਨੇ ਪੈਸਾ ਨੱਪਿਆ ਹੋਊਗਾ ਉਹ ਫੜਿਆ ਜਾਊਗਾ, ਜਿਹਨੇ ਡੰਪ ਕੀਤਾ ਹੋਊ ਉਹ ਵੀ ਫੜਿਆ ਜਾਊਗਾ ਹਨਾ। ਇਦਾਂ ਦੀਆਂ ਗੱਲਾਂ ਬੜੀਆਂ ਜਿਹੜੀਆਂ ਨੈਸ਼ਨਲ ਮੀਡੀਆ ਨੇ ਆਪਣੇ ਚੈਨਲਾਂ ਦੇ ਉੱਤੇ ਚਲਾਈਆਂ ਤੇ ਅੱਜ ਉਹ ਨੈਸ਼ਨਲ ਮੀਡੀਆ ਬਿਲਕੁਲ ਚੁੱਪ ਬੈਠਾ। ਮੈਨੂੰ ਲੱਗਦਾ ਸ਼ਾਇਦ ਉਹ ਚਿੱਪ ਹੁਣ ਕੰਮ ਕਰ ਨਹੀਂ ਬੰਦ ਕਰ ਦਿੱਤਾ ਉਹਨੇ ਕੰਮ ਕਰਨਾ, ਜਾਂ ਚਿੱਪ ਖਰਾਬ ਹੋ ਗਈ ਹੈ। ਮੈਨੂੰ ਲੱਗਦਾ ਸ਼ਾਇਦ ਕੋਈ ਨਵਾਂ ਜਿਹੜਾ ਨੋਟ ਆਊਗਾ ਜਿਹਦੇ ਤੇ 2 ਕੈਮਰੇ ਵੀ ਲੱਗੇ ਹੋਣਗੇ, ਉਹ ਸ਼ਾਇਦ ਅਪਡੇਸ਼ਨ ਦੀ ਲੋੜ ਹੈ। ਹਾਂਜੀ, ਤੇ ਉਹ ਸ਼ਾਇਦ ਇਦਾਂ ਦਾ ਕੋਈ ਨੋਟ ਮਾਰਕੀਟ ਦੇ ਵਿੱਚ ਆਊਗਾ। ਤੇ ਲੇਕਿਨ ਜੇ ਆਪਾਂ ਗੱਲ ਕਰਦੇ ਹੈਗੇ ਆ ਨੋਟਬੰਦੀ ਦੀ, ਤਾਂ ਸਰਕਾਰ ਨੇ ਹਜੇ ਤੱਕ ਕੋਈ ਐਲਾਨ ਨਹੀਂ ਕੀਤਾ ਕਿ 2000 ਨੂੰ ਕਿਹੜੇ ਨੋਟ ਦੇ ਨਾਲ ਰਿਪਲੇਸ ਕਰਨਾ ਹੈਗਾ। ਇਹ ਬਾਕੀ ਪਤਾ ਨਹੀਂ ਹੈ, ਜਿੱਦਾਂ ਇਹ ਪਤਾ ਲੱਗਾ ਕਿ 23 ਤਰੀਕ ਤੋਂ ਨੋਟਬੰਦੀ ਸ਼ੁਰੂ ਹੋਣੀ ਹੈ, ਠੀਕ ਹੈ, ਉਸ ਤਰ੍ਹਾਂ ਸ਼ਾਇਦ ਹੋ ਸਕਦਾ ਕਿ ਕੱਲ ਨੂੰ ਕੋਈ ਨਵਾਂ ਸੱਪ ਨਿਕਲ ਕੇ ਸਾਹਮਣੇ ਆ ਜਾਵੇ। ਚਲੋ ਜੀ, ਹੁਣ ਕੀ ਹੋਣਾ ਆ ਕੀ ਨਹੀਂ ਹੋਣਾ ਉਹ ਤਾਂ ਸਮਾਂ ਹੀ ਦੱਸੂਗਾ। ਬਟ ਜਿਹੜੀ ਵੀ ਇਹ ਗੱਲਾਂ ਕਰਦੇ ਨੇ, ਮੇਰੇ ਖਿਆਲ ਨਾਲ ਇਹਨਾਂ ਨੂੰ ਪਹਿਲਾਂ ਨੋਟਿਸ ਕਰਨਾ ਚਾਹੀਦਾ ਜਾਂ ਪਹਿਲਾਂ ਕੁਝ ਇਨਫੋਰਮ ਕਰਨਾ ਚਾਹੀਦਾ। ਐਟ ਪ੍ਰੈਜ਼ੈਂਟ ਤੁਸੀਂ 150 ਕਰੋੜ ਦੇ ਪਲੱਸ ਆਬਾਦੀ ਵਾਲੇ ਦੇਸ਼ ਨੂੰ ਜੇ ਤੁਸੀਂ ਕਹੋ ਇੱਦਾਂ ਕਰ ਲਓ ਉੱਦਾਂ ਕਰ ਲਓ, ਤਾਂ ਉਹ ਮੇਰੇ ਖਿਆਲ ਨਾਲ ਉਹ ਚੀਜ਼ਾਂ ਸੈਂਸ ਨਹੀਂ ਬਣਦੀਆਂ। ਜੀ ਹੈ ਨਾ ਜੀ। ਤੇ ਹਰਵਿੰਦਰ ਸਿੰਘ ਜੀ, ਇੱਕ ਜਿਹੜੀ ਅਗਲੀ ਖਬਰ ਜਿਹੜੀ ਮੀਡੀਆ ਦੇ ਵਿੱਚ ਆ ਰਹੀ ਹੈਗੀ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੀ ਹੁਣ ਨਿਯੁਕਤੀ ਦੀ ਖਬਰ ਆ ਰਹੀ ਹੈ। 2 ਦਹਾਕਿਆਂ ਤੋਂ ਬਾਅਦ ਨਿਯੁਕਤੀ ਦੀ ਇਹ ਖਬਰ ਆ ਰਹੀ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਤੁਹਾਨੂੰ ਪਹਿਲਾਂ ਪੂਰੀ ਖਬਰ ਸੁਣਾ ਦਿੰਦਾ ਕੀ ਹੈਗਾ ਕਿ ਤਖਤਾਂ ਦੇ ਜਥੇਦਾਰ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜ ਖੇਤਰ ਦੇ ਸੰਬੰਧੀ ਨਿਯਮ ਬਣਾਉਣ ਦਾ ਮਾਮਲਾ 2 ਦਹਾਕਿਆਂ ਦੇ ਬਾਅਦ ਮੁੜ ਉੱਭਰ ਰਿਹਾ। ਇਸ ਵਾਰ ਵੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਬਾਰੇ ਇੱਕ ਵਿਸ਼ੇਸ਼ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ। ਜੇ ਆਪਾਂ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਇਸ ਤੋਂ ਪਹਿਲਾਂ ਵੀ ਇੱਕ ਕਮੇਟੀ ਬਣੀ ਸੀ, ਪਰ ਮਾਮਲਾ ਜਿਹੜਾ ਸੀਗਾ ਉਹ ਠੰਡੇ ਬਸਤੇ ਦੇ ਵਿੱਚ ਪੈ ਗਿਆ। ਠੀਕ ਹੈ, ਇਹ ਮਾਮਲਾ ਹੁਣ ਉਸ ਵੇਲੇ ਮੁੜ ਉੱਭਰ ਗਿਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਸੰਸਦ ਮੈਂਬਰ ਰਾਘਵ ਚੱਡਾ ਅਤੇ ਬਾਲੀਵੁੱਡ ਅਦਾਕਾਰਾ ਪ੍ਰਨੀਤੀ ਚੋਪੜਾ ਦੇ ਮੰਗਣੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਹਨਾਂ ਨੇ ਇਸ ਸਮਾਗਮ ਦੇ ਵਿੱਚ ਵਿਆਹ ਕਰਵਾਉਣ ਵਾਲੀ ਨਵੀਂ ਜੋੜੀ ਨੂੰ ਆਸ਼ੀਰਵਾਦ ਦਿੱਤਾ ਸੀ। ਇਸ ਸੰਬੰਧੀ ਜਦੋਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਜਨਤਕ ਹੋਈਆਂ ਤਾਂ ਸੋਸ਼ਲ ਮੀਡੀਆ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਆਲੋਚਨਾ ਕੀਤੀ ਗਈ, ਜਿਸ ਤੋਂ ਬਾਅਦ ਇਹ ਮਾਮਲਾ ਮੁੜ ਉੱਭਰਿਆ ਕਿ ਜਥੇਦਾਰਾਂ ਦੇ ਕਾਰਜ ਖੇਤਰ ਅਤੇ ਹੋਰ ਲੋੜੀਂਦੇ ਮਾਮਲਿਆਂ ਤੇ ਗਤੀਵਿਧੀਆਂ ਸੰਬੰਧੀ ਨਿਯਮ ਹੋਣੇ ਚਾਹੀਦੇ ਹਨ। ਇਹ ਮਾਮਲਾ ਬੀਤੇ ਕੱਲ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੈ, ਉਹਨਾਂ ਨੇ ਐਲਾਨ ਕੀਤਾ ਕਿ ਜਲਦੀ ਹੀ ਇਸ ਸਬੰਧ ਦੇ ਵਿੱਚ ਨਿਯਮ ਨਿਰਧਾਰਿਤ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ ਜੋ ਇਸ ਸੰਬੰਧੀ ਸਿੱਖ ਵਿਦਵਾਨਾਂ, ਸੰਪਰਦਾਵਾਂ ਅਤੇ ਹੋਰਨਾਂ ਨਾਲ ਗੱਲਬਾਤ ਕਰਕੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਰਿਪੋਰਟ ਦੇਵੇਗੀ। ਇਹ ਮਾਮਲਾ ਹੁਣ ਹਾਲ ਹੀ ਵਿੱਚ ਜਿਹੜੇ ਸੀਗੇ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਵੀ ਉਭਾਰਿਆ ਗਿਆ ਸੀ। ਅੰਤਰਿਮ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਦਲ ਖਾਲਸਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਸੀ ਕਿ ਸਿੱਖ ਮਾਹਿਰਾਂ ਅਤੇ ਵਿਦਵਾਨਾਂ ਦੀ ਰਾਏ ਦੇ ਨਾਲ ਤਖਤਾਂ ਦੇ ਜਥੇਦਾਰਾਂ ਲਈ ਪੰਥ ਪ੍ਰਵਾਨਿਤ ਨਿਯਮ ਬਣਾਏ ਜਾਣ, ਔਰ ਉਹ ਜ਼ਰੂਰੀ ਵੀ ਹੈ। ਜਥੇਬੰਦੀ ਦੇ ਆਗੂ ਜਿਹੜੇ ਸੀਗੇ ਕੰਵਰਪਾਲ ਸਿੰਘ ਨੇ ਆਖਿਆ ਕਿ ਅਕਾਲ ਤਖਤ ਸਰਵ ਉੱਚ ਹੈ ਤੇ ਇਸ ਦੀ ਸਰਵ ਉੱਚਤਾ ਅਤੇ ਪ੍ਰਭੂ ਸੱਤਾ ਨੂੰ ਚੁਣੌਤੀ ਤੇ ਸਵਾਲ ਨਹੀਂ ਕੀਤੇ ਜਾ ਸਕਦੇ, ਪਰ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ, ਅਧਿਕਾਰ ਅਤੇ ਕਾਰਜ ਖੇਤਰ ਬਾਰੇ ਕੋਈ ਪੰਥ ਪ੍ਰਵਾਨਿਤ ਨਿਯਮ ਹੋਣ ਕਾਰਨ ਕੌਮ ਨੂੰ ਕਈ ਵਾਰ ਨਮੋਸ਼ੀ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੈਂਦਾ। ਠੀਕ ਹੈ, ਇੱਥੇ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸਿੱਖ ਜਥੇਬੰਦੀ ਦਲ ਖਾਲਸਾ ਦੇ ਵੱਲੋਂ ਮਾਰਚ 2008 ਦੇ ਵਿੱਚ ਇਸ ਸੰਬੰਧੀ ਇੱਕ ਖਰੜਾ ਤਿਆਰ ਕੀਤਾ ਗਿਆ ਸੀ। ਉਸ ਤੋਂ ਬਾਅਦ ਜਥੇਬੰਦੀ ਵੱਲੋਂ 2005 ਤੋਂ ਲੈ ਕੇ 2007 ਤੱਕ ਇਸ ਸੰਬੰਧੀ ਵੱਖ-ਵੱਖ ਥਾਵਾਂ ਤੇ ਸੈਮੀਨਾਰ ਕੀਤੇ ਗਏ ਅਤੇ ਵਿਦਵਾਨਾਂ ਦੀ ਰਾਏ ਲੈ ਕੇ ਖਰੜਾ ਬਣਾਇਆ ਗਿਆ। ਇਹ ਖਰੜਾ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੂੰ ਸੌਂਪ ਦਿੱਤਾ ਗਿਆ, ਪਰ ਸਤੰਬਰ 2008 ਵਿੱਚ ਉਹਨਾਂ ਨੂੰ ਇਸ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ, ਜਿਸ ਕਾਰਨ ਮਾਮਲਾ ਠੰਡੇ ਬਸਤੇ ਵਿੱਚ ਪੈ ਗਿਆ। ਲੇਕਿਨ ਜਦੋਂ ਹੁਣ ਦੀ ਜੇ ਆਪਾਂ ਗੱਲ ਕਰਦੇ ਹੈਗੇ ਆ ਤੇ ਹੁਣ ਇਸੇ ਕਰਕੇ ਇਹ ਮਾਮਲਾ ਦੁਬਾਰਾ ਚਰਚਾ ਦਾ ਵਿਸ਼ਾ ਬਣ ਗਿਆ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਸੀਗੇ ਉਹ ਰਾਘਵ ਚੱਡਾ ਤੇ ਪ੍ਰਨੀਤੀ ਚੋਪੜਾ ਦੀ ਮੰਗਣੀ ਦੇ ਵਿੱਚ ਸ਼ਾਮਲ ਹੋ ਗਏ ਤੇ ਕਿਤੇ ਨਾ ਕਿਤੇ ਜਥੇਬੰਦੀਆਂ ਨੂੰ ਇਹ ਲੱਗਣਾ
ਸ਼ੁਰੂ ਹੋ ਗਿਆ। ਸੋਸ਼ਲ ਮੀਡੀਆ ਦੇ ਉੱਤੇ ਕਾਫੀ ਆਲੋਚਨਾ ਹੋਈ ਔਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਲੱਗਾ ਹੈਗਾ ਕਿ ਜਥੇਦਾਰ ਸਾਹਿਬ ਜਿਹੜੇ ਜਿੰਨੇ ਵੀ ਅਕਾਲ ਤਖਤਾਂ ਦੇ ਜਥੇਦਾਰ ਨੇ, ਆਪਣੇ 5 ਤਖਤ ਨੇ, 5 ਤਖਤਾਂ ਦੇ ਜਥੇਦਾਰ ਸਾਹਿਬ ਜਿਹੜੇ ਨੇ, ਉਹਨਾਂ ਦੀ ਜਿਹੜੀ ਨਿਯੁਕਤੀ ਹੈ, ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਕਿੱਥੇ ਜਾਣਾ ਕਿੱਥੇ ਨਹੀਂ, ਜਿਹੜਾ ਇੱਕ ਪ੍ਰੋਟੋਕੋਲ, ਜਿਹੜਾ ਉਹਨਾਂ ਦਾ ਪ੍ਰੋਟੋਕੋਲ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈਗਾ, ਉਹਦਾ ਇੱਕ ਸਿਸਟਮ ਜਿਹੜਾ ਹੈਗਾ ਉਹ ਬਣਾਇਆ ਜਾਵੇ। ਜੀ ਹਰਵਿੰਦਰ ਸਿੰਘ ਜੀ, ਆ ਜਿਹੜਾ ਆਪਣਾ ਸਿੱਖ ਧਰਮ ਹੈ, ਸਿੱਖ ਧਰਮ ਦੇ ਹਿਸਾਬ ਨਾਲ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਬਹੁਤ ਹੀ ਮਾਨਯੋਗ ਸ਼ਖਸੀਅਤ ਨੇ। ਠੀਕ ਹੈ ਜੀ, ਉਹ ਹੁੰਦੇ ਨੇ। ਠੀਕ ਹੈ, ਜਦੋਂ ਅੱਜ ਦੀ ਗੱਲ ਨਹੀਂ, ਪੁਰਾਣੇ ਸਮਿਆਂ ਤੋਂ, ਜਦੋਂ ਮਹਾਰਾਜਾ ਰਣਜੀਤ ਸਿੰਘ ਵੀ ਜਦੋਂ ਹੁੰਦੇ ਸੀਗੇ ਤਾਂ ਸ਼ਾਇਦ ਉਹਨਾਂ ਦਾ ਵੀ ਜਥੇਦਾਰ ਸਾਹਿਬ ਦੀ ਇੰਨੀ ਕੁ ਇੱਜ਼ਤ ਹੁੰਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਦੇ ਕਹੇ ਮੁਤਾਬਿਕ ਹੀ ਚੱਲਦੇ ਸਨ। ਠੀਕ ਹੈ ਜੀ। ਸੋ ਇੱਕ ਪਾਸੇ ਤਾਂ ਜਥੇਦਾਰ ਸਾਹਿਬ ਨੂੰ ਭਗਵੰਤ ਮਾਨ ਜੀ ਕੁਝ ਕਹਿੰਦੇ ਨੇ, ਜੋ ਕਿ ਆਪਾਂ ਸੁਣਿਆ ਸੀਗਾ ਕਿ ਕਿਹਦੇ ਬਾਰੇ ਕਹਿੰਦੇ ਸੀਗੇ। ਉਹਨਾਂ ਦੀ ਜਿਹੜੇ ਪਾਰਟੀ ਦੇ ਮੈਂਬਰ ਹੈਗੇ ਆ, ਉਹਨਾਂ ਦੇ ਵਿਆਹ ਦੇ ਵਿੱਚ ਜਾ ਕੇ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਨੇ। ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਸ਼ੋਭਾ ਨਹੀਂ ਦਿੰਦੀਆਂ ਇੱਕ ਜਥੇਦਾਰ ਨੂੰ, ਕਿ ਜਦੋਂ ਤੁਸੀਂ ਇੱਦਾਂ ਕਹਿ ਰਹੇ ਹੋ। ਹਾਂ, ਤੁਸੀਂ ਤੁਹਾਡੀ ਇੱਕ ਪਰਸਨਲ ਲਾਈਫ ਜ਼ਰੂਰ ਹੋ ਸਕਦੀ ਹੈ, ਪਰ ਜਦੋਂ ਆਹ ਚੀਜ਼ਾਂ ਸਿਆਸੀਆਂ ਹੋ ਜਾਂਦੀਆਂ ਨੇ, ਜਦੋਂ ਜਥੇਦਾਰ ਦੇ ਹਿਸਾਬ ਨਾਲ ਸਿਆਸੀ ਚੀਜ਼ਾਂ ਜਦੋਂ ਜੁੜਦੀਆਂ ਨੇ, ਤਾਂ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਆਹ ਚੀਜ਼ਾਂ ਲੋਕਾਂ ਨੂੰ ਵੀ ਹਰਟ ਕਰਦੀਆਂ ਨੇ, ਲੋਕਾਂ ਦੇ ਭਾਵਨਾਵਾਂ ਨੂੰ ਵੀ ਹਰਟ ਕਰਦੀਆਂ ਨੇ, ਔਰ ਕਿਤੇ ਨਾ ਕਿਤੇ ਆਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ? ਜਸਕੀਰਤ ਜੀ, ਜਿਹੜੀ ਜਦੋਂ ਤੁਸੀਂ ਕਿਸੇ ਧਾਰਮਿਕ ਸੰਸਥਾ ਦੇ ਆਗੂ ਵਜੋਂ ਆਪਣੀ ਪਹਿਚਾਣ ਰੱਖਦੇ ਹੋ ਤਾਂ ਤੁਹਾਡੇ ਮੋਢਿਆਂ ਦੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ, ਰਿਸਪੌਂਸਿਬਿਲਿਟੀਜ਼ ਬਹੁਤ ਜ਼ਿਆਦੀਆਂ। ਇੱਕ ਉਹ ਸੰਸਥਾ ਦਾ ਭਾਰ ਤੁਹਾਡੇ ਉੱਤੇ ਹੁੰਦਾ, ਇੱਕ ਲੋਕਾਂ ਦਾ ਯਕੀਨ ਤੁਹਾਡੇ ਉੱਤੇ ਹੁੰਦਾ, ਔਰ ਉਹ ਚੀਜ਼ਾਂ ਸਾਨੂੰ ਬਣਾ ਕੇ ਰੱਖਣੀਆਂ ਹੀ ਚਾਹੀਦੀਆਂ। ਔਰ ਜਦੋਂ ਅਸੀਂ ਇਹ ਚੀਜ਼ਾਂ ਦੇਖੀਆਂ, ਜਦੋਂ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਰਾਘਵ ਚੱਡਾ ਦੀ ਮੰਗਣੀ ਦੇ ਉੱਤੇ ਗਏ ਤੇ ਅਸੀਂ ਸਾਰੇ ਸ਼ੌਕਡ ਸੀਗੇ। ਠੀਕ ਹੈ, ਵੀ ਉਹ ਉੱਥੇ ਕਿਸ ਹਿਸਾਬ ਦੇ ਨਾਲ, ਠੀਕ ਹੈ, ਵੀ ਕੀ ਮਕਸਦ ਸੀਗਾ? ਕਿਉਂਕਿ ਜਥੇਦਾਰ ਸਾਹਿਬ ਜੇ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਚਲੇ ਜਾਂਦਾ ਜਾਂ ਕੋਈ ਹੋਰ ਸਿੱਖ ਵਿਦਵਾਨ ਚਲੇ ਜਾਂਦਾ, ਅਸੀਂ ਮੰਨ ਸਕਦੇ ਸੀ। ਅਕਾਲ ਤਖਤ ਜਿਹੜਾ ਹੈਗਾ ਉਹ ਸਿੱਖਾਂ ਵਾਸਤੇ ਬਹੁਤ ਮਹਾਨ ਥਾਂ ਰੱਖਦਾ ਹੈ, ਔਰ ਜਥੇਦਾਰ ਸਾਹਿਬ ਜਿਹੜੇ ਨੇ, ਜਿਹੜੇ ਅਕਾਲ ਤਖਤ ਸਾਹਿਬ ਦੇ ਉੱਤੇ ਉਹਦੇ ਜਥੇਦਾਰ ਨੇ ਉਸ ਚੀਜ਼ ਦੇ, ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ, ਅਕਾਲ ਤਖਤ ਸਿੱਖ ਸੰਸਥਾ ਦੇ ਵਿੱਚ ਇੱਕ ਸਰਵਉੱਚ ਸੰਸਥਾ ਹੈਗੀ ਆ, ਜਿਹਦੀ ਨੀਂਹ ਜਿਹੜੀ ਸੀਗੀ ਉਹ ਹਰਗੋਬਿੰਦ ਪਾਤਸ਼ਾਹ ਨੇ ਰੱਖੀ ਸੀ। ਠੀਕ ਹੈ, ਜਿਹੜੇ ਮੀਰੀ ਪੀਰੀ ਦੇ ਮਾਲਕ, ਮੀਰੀ ਪੀਰੀ ਦੇ ਉਹ ਸਿਧਾਂਤ ਜਿਹੜਾ ਉਹਨਾਂ ਨੇ ਲਾਗੂ ਕੀਤਾ, ਔਰ ਅਕਾਲ ਤਖਤ ਸਾਹਿਬ ਦੀ ਸਥਾਪਨਾ ਜਿਹੜੀ ਸੀ ਉਹ 6ਵੇਂ ਪਾਤਸ਼ਾਹ ਨੇ ਕੀਤੀ। 6ਵੇਂ ਪਾਤਸ਼ਾਹ ਨੇ ਮਤਲਬ ਪਹਿਲੇ ਜਿਹੜੇ, ਜੇ ਆਪਾਂ ਜਥੇਦਾਰ ਕਹੀਏ ਤਾਂ ਉਹ ਖੁਦ ਆਪ ਹੀ ਸੀਗੇ, 6ਵੇਂ ਪਾਤਸ਼ਾਹ ਆਪ ਹੀ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ। ਉਸ ਤੋਂ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਜਦੋਂ ਜਥੇਦਾਰ ਤੁਸੀਂ ਹੈਗੇ ਹੋ, ਤੁਹਾਡੇ ਉੱਤੇ ਕੌਮ ਦਾ ਭਾਰ ਹੈ, ਤੁਹਾਨੂੰ ਕੌਮ ਦੇਖ ਰਹੀ ਹੈ, ਬੱਚਾ ਵੀ ਦੇਖ ਰਿਹਾ, ਬੁੱਢਾ ਵੀ ਦੇਖ ਰਿਹਾ, ਨੌਜਵਾਨ ਵੀ ਦੇਖ ਰਿਹਾ, ਹਰ ਵਰਗ ਤੁਹਾਨੂੰ ਦੇਖਦਾ। ਜਿਹੜਾ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਹੁੰਦੀਆਂ ਨੇ, ਜਿਨ੍ਹਾਂ ਦਾ ਸਿੱਖ ਧਰਮ ਦੇ ਵਿੱਚ ਯਕੀਨ ਵੀ ਹੈ, ਉਹ ਸਾਰੇ ਤੁਹਾਨੂੰ ਨੋਟਿਸ ਕਰਦੇ ਆ। ਉਹ ਇੱਕ ਇਨਸਪੀਰੇਸ਼ਨ ਦੇ ਮਾਡਲ ਹੁੰਦੇ ਆ। ਹਾਂਜੀ, ਇਸ ਕਰਕੇ ਤੁਹਾਡਾ ਫਰਜ਼ ਜਿਹੜਾ ਆ ਉਹ ਬਹੁਤ ਜ਼ਿਆਦਾ ਬਣਦਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖੋ। ਕਿਤੇ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੀ ਮੁਖੀ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਾਲ ਟਵਿੱਟਰ ਵਾਰ ਦੇ ਵਿੱਚ ਫਸੇ ਹੋਏ ਸੀ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਸੱਦੇ ਦੇ ਉੱਤੇ ਉੱਥੇ ਜਾ ਰਹੇ ਹੋ। ਮਤਲਬ ਮੁੱਖ ਦੀ ਗੱਲ ਸੇਮ ਪਾਰਟੀ ਹੈਗੀ ਆ। ਹਾਂ, ਮੁੱਖ ਦੀ ਗੱਲ ਜਿਹੜੀ ਹੈਗੀ ਆ ਕਿ ਮਤਲਬ ਆਪਾਂ ਨੂੰ ਜਥੇਦਾਰ ਸਾਹਿਬ ਦਾ ਜਿਹੜਾ ਅਹੁਦਾ ਆ ਉਹ ਬੜਾ ਉੱਚਾ ਅਹੁਦਾ ਹੈਗਾ। ਪੂਰੀ ਕੌਮ ਜੇ ਉਹ ਇੱਕ ਆਵਾਜ਼ ਉਠਾਉਂਦੀ, ਇੱਕ ਆਵਾਜ਼ ਬੋਲ ਦੇਣ ਕਿ ਸਰਬੱਤ ਖਾਲਸਾ ਕਰਨਾ ਹੈ, ਤੇ ਪੂਰੀ ਕੌਮ ਜਿੱਥੇ ਮਰਜ਼ੀ ਬੈਠੀ ਹੋਏਗੀ ਉਹ ਉੱਥੇ ਪਹੁੰਚੇਗੀ। ਔਰ ਇਹ ਚੀਜ਼ ਵਾਕਈ ਜਿਹੜੇ ਯਕੀਨ ਕਰਦੇ ਨੇ ਅਕਾਲ ਤਖਤ ਸਾਹਿਬ ਦੇ ਉੱਤੇ, ਜਥੇਦਾਰ ਸਾਹਿਬ ਦੇ ਉੱਤੇ, ਔਰ ਉਹਨਾਂ ਦੇ ਮਨ ਨੂੰ ਕਿਤੇ ਨਾ ਕਿਤੇ ਠੇਸ ਲੱਗਦੀ ਹੈਗੀ ਆ, ਔਰ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਔਰ ਇਸੇ ਕਰਕੇ ਸ਼ਾਇਦ ਇਹ ਮਾਮਲਾ ਦੁਬਾਰਾ ਚਰਚਾ ਦੇ ਵਿੱਚ ਬਣਿਆ, ਕਿਉਂਕਿ ਪਹਿਲਾਂ 2008 ਤੋਂ ਬਾਅਦ ਇਹ ਚੀਜ਼ ਬੰਦ ਹੋ ਗਈ ਸੀਗੀ, ਇਹ ਮਸਲਾ ਬੰਦ ਹੋ ਗਿਆ ਸੀ, ਲੇਕਿਨ ਦੁਬਾਰਾ ਫਿਰ ਇਹ ਮਸਲਾ ਸਾਹਮਣੇ ਆ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ, ਉਹਨਾਂ ਦੀ ਨਿਯੁਕਤੀ ਜਿਹੜੀ ਆ ਉਹ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ, ਉਹਨਾਂ ਦੇ ਅਧਿਕਾਰ ਖੇਤਰ ਕੀ ਹੋਣੇ ਚਾਹੀਦੇ ਆ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੋਣਾ ਚਾਹੀਦਾ, ਉਹਨਾਂ ਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਉਹ ਸਾਰੀਆਂ ਚੀਜ਼ਾਂ ਤੈਅ ਹੋਣੀਆਂ ਚਾਹੀਦੀਆਂ। ਜੀ ਬਿਲਕੁਲ ਹਰਵਿੰਦਰ ਸਿੰਘ, ਇਸ ਗੱਲ 'ਚ ਕੋਈ ਰਾਏ ਨਹੀਂ। ਅੱਗੇ ਹੁਣ ਕੀ ਹੁੰਦਾ ਆ ਨਿਯੁਕਤੀ ਨੂੰ ਲੈ ਕੇ ਜਥੇਦਾਰ ਸਾਹਿਬ ਨੇ, ਉਹ ਤਾਂ ਵਕਤ ਹੀ ਦੱਸੂਗਾ ਜੀ। ਆਪਾਂ ਫਿਰ ਮਿਲਦੇ ਆ ਇੱਕ ਨਵੇਂ ਪ੍ਰੋਗਰਾਮ ਖਬਰ ਦੇ ਪੰਚਨਾਮੇ ਦੇ ਨਾਲ। ਤਦ ਤੱਕ ਮੈਨੂੰ ਤੇ ਮੇਰੇ ਸਾਥੀ ਹਰਵਿੰਦਰ ਸਿੰਘ ਜੀ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਰ ਜਸ ਟੀਵੀ, ਹਰ ਜਸ ਹਰ ਥਾਂ।